देश दुनिया च वसते पंजाबियों ਨੂੰ खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट रजीव भास्कर जी और इंदरप्रीत जी, दोनों ਨੂੰ जी आए। बहुत बहुत शुक्रिया रंधावा जी। हरन सत श्री अकाल जी। सब तो पहला विदेशी वसदे दोस्तां मित्रां ਨੂੰ एक बेनती है कि ਉਹ ਕਿਸੇ ਵੀ ਐਸੇ ਵਰਤਾਂਤ ਦਾ ਹਿੱਸਾ ਨਾ ਬਣ ਜਿਹੜਾ ਕੱਲ ਨੂੰ ਕਿਸੇ ਜਾਲ ਵਿੱਚ ਉਲਝਾ ਦੇ ਉਹਨਾਂ ਨੂੰ। ਇਸ ਵੇਲੇ ਧੁੰਦਲਕਾ ਇੰਨਾ, ਪਰਿਸਥਿਤੀਆਂ ਇੰਨੀਆਂ ਉਲਝੀਆਂ ਹੋਈਆਂ, ਹਾਲਾਤ ਇੰਨੇ ਵਿਗੜੇ ਹੋਏ ਆ ਕਿ ਤੁਹਾਡੀ ਇੱਕ ਸੋਸ਼ਲ ਮੀਡੀਆ ਤੇ ਪਾਈ ਪੋਸਟ, ਤੁਹਾਡੀ ਕੋਈ ਟਿੱਪਣੀ ਤੁਹਾਨੂੰ ਮੁਸ਼ਕਲ 'ਚ ਫਸਾ ਸਕਦੀ ਹੈ। ਯੂਕੇ ਮਿਸ਼ਨ ਇੰਡੀਆ ਦਾ ਜਿਹੜਾ ਉੱਥੇ ਜਿਸ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਆ, ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਇੱਕ ਪਰਚਾ ਦਰਜ ਕੀਤਾ ਹੈ ਉਹਦੇ ਸੰਬੰਧੀ ਯੁਆਪਾ ਦੇ ਤਹਿਤ। ਜਿਹੜੇ ਫਸ ਕੇ ਉਹਨਾਂ ਦਾ ਨਿਕਲਣਾ ਬਹੁਤ ਔਖਾ ਹੋਊਗਾ। ਸਾਨੂੰ ਤੁਹਾਨੂੰ ਬਿਲਕੁਲ ਨਹੀਂ ਪਤਾ ਕਿ ਆਖਰ ਇਹ ਸਾਰਾ ਜਾਲ ਹੈ ਕੀ ਆ। ਜਿੰਨਾ ਚਿਰ ਤੁਸੀਂ ਨਹੀਂ ਜਾਣਦੇ, ਅਣਭੋਲ ਪੁਣੇ ਦੇ ਵਿੱਚ ਕਦੇ ਵੀ ਕਿਸੇ ਟ੍ਰੈਪ ਦਾ ਹਿੱਸਾ ਨਾ ਹੋ ਜਾਓ। ਤੁਸੀਂ ਮਿਹਨਤਾਂ ਕੀਤੀਆਂ ਨੇ, ਤੁਸੀਂ ਝੰਡੇ ਬੁਲੰਦ ਕੀਤੇ ਆ ਪੰਜਾਬੀਅਤ ਦੇ ਦੁਨੀਆ ਭਰ ਦੇ ਵਿੱਚ। ਐਵੇਂ ਕਿਸੇ ਬੈਨ ਦੇ ਥੱਲੇ ਨਾ ਆ ਜਾਓ, ਫਸ ਕੇ ਨਾ ਰਹਿ ਜਾਓ। ਤੁਹਾਡੀਆਂ ਜੜ੍ਹਾਂ ਤੇ ਤੁਹਾਡੀ ਰੋਜੀ ਰੋਟੀ ਤੁਹਾਡੇ ਲਈ ਹੈ। ਇਹ ਬਹੁਤ ਅਹਿਮ, ਜਿੰਨਾ ਚਿਰ ਤੁਸੀਂ ਕਿਸੇ ਨੈਰੇਟਿਵ ਨੂੰ ਪ੍ਰੋਪਰ ਸਮਝ ਨਹੀਂ ਜਾਂਦੇ ਔਰ ਉਹਦੇ ਵਿੱਚ ਕੁੱਦਣਾ ਨਹੀਂ ਚਾਹੁੰਦੇ, ਸਮਝ ਕੇ ਕਿ ਸਾਨੂੰ ਕੁੱਦਣਾ ਚਾਹੀਦਾ, ਉਸ ਤੋਂ ਪਹਿਲਾਂ ਕੋਈ ਟਿੱਪਣੀ ਨਾ ਦਿਓ। ਬਹੁਤ ਸੈਂਸਿਟਿਵ ਦੌਰ ਚੋਂ ਆਪਾਂ ਨਿਕਲ ਰਹੇ ਹਾਂ। ਅਸੀਂ ਗੱਲ ਕਰਾਂਗੇ ਅੱਜ ਇਸ ਸਾਰੇ ਵਰਤਾਰੇ ਦੇ ਵਿੱਚ ਹੁਣ ਤੱਕ ਦੀ ਰਿਪੋਰਟ। ਮੈਂ ਬਾਰ-ਬਾਰ ਕਹਿਣਾ ਹੁੰਦਾ ਕਿ ਸਾਡੇ ਸਮਕਾਲੀ ਕੀ ਕਹਿ ਰਹੇ ਨੇ, ਕਿੱਥੋਂ ਕਿੱਥੋਂ ਰਿਪੋਰਟ ਹੋ ਰਹੀਆਂ ਨੇ, ਇਹ ਨਸ਼ਰ ਹੋ ਰਹੀਆਂ ਨੇ, ਪ੍ਰਕਾਸ਼ਿਤ ਹੋ ਰਹੀਆਂ ਨੇ ਰਿਪੋਰਟਾਂ, ਉਹਨਾਂ ਸਾਰਿਆਂ ਨਾਲ ਤੁਹਾਡੀ ਸਾਂਝ ਪਾਉਂਦੇ ਆ। ਪਰ ਇੱਕ ਟਿੱਪਣੀ ਬਹੁਤ ਅਹਿਮ ਆ, ਉਹ ਹੈਗੀ ਹਰਿਆਣੇ ਦੇ ਵੱਡੇ ਵਜ਼ੀਰ ਅਨਿਲ ਵਿਜ ਦੀ। ਉਹ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜਾ ਕਰ ਰਿਹਾ। ਇਸ ਤੋਂ ਅੱਗੇ ਤੁਰਦੇ ਆ, ਹੁਣ ਲੇਟੈਸਟ ਅੱਜ ਸਵੇਰ ਤੱਕ ਕੀ ਕੁਝ ਵਾਪਰਿਆ, ਭਾਸਕਰ ਸਾਹਿਬ ਇੱਕ ਪੰਛੀ ਝਾਤ ਪਵਾਉਣਗੇ ਤੁਹਾਨੂੰ ਇਹਨਾਂ ਸਾਰੇ ਮਾਮਲਿਆਂ ਤੇ। ਦੂਜਾ ਮਾਮਲਾ ਬਹੁਤ ਅਹਿਮ ਆ। ਕੱਲ ਮਾਲਵਿੰਦਰ ਕੰਗ, ਚੀਫ ਸਪੋਕਸਪਰਸਨ ਆਮ ਆਦਮੀ ਪਾਰਟੀ, ਵੱਡੇ ਆਗੂ ਨੇ ਉਹ ਇਸ ਧਾਰਾ ਦੇ ਸੱਤਾਧਾਰੀਆਂ ਦੇ, ਉਹ ਨੌਕ ਕਰਦੇ ਆ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਕੁਝ ਸਹਾਫੀ ਦੋਸਤਾਂ ਨਾਲ ਜ਼ਿਆਦਤੀ ਹੋ ਰਹੀ ਹੈ, ਕੁਝ ਪੱਤਰਕਾਰਾਂ ਨੂੰ ਪੁਲਿਸ ਸੱਦ ਰਹੀ ਹੈ ਜਾਂ ਉਹਨਾਂ ਦੇ ਘਰੇ ਜਾ ਰਹੀ ਹੈ। ਉਸ ਤੋਂ ਬਾਅਦ ਮਾਲਵਿੰਦਰ ਕੰਗ ਨੌਕ ਕਰਦੇ ਆ ਔਰ ਉਹ ਦੱਸਦੇ ਆ ਕਿ ਮੇਰਾ ਸਰੋਕਾਰ ਵੀ ਬਹੁਤ ਸੀ, ਕੰਸਰਨ ਸੀ, ਕਿਉਂਕਿ ਮੈਂ ਵੀ ਇਸ ਸ਼ੋਬੇ ਨਾਲ, ਪੱਤਰਕਾਰਾਂ ਨਾਲ ਬਹੁਤ ਜੁੜਿਆ ਔਰ ਮੈਂ ਇਹਨੂੰ ਚੈੱਕ ਕੀਤਾ, ਫੈਕਟ ਚੈੱਕ ਕੀਤੇ ਆ। ਔਰ ਉਹ ਇਹ ਗੱਲ ਕਹਿ ਰਹੇ ਸੀਗੇ ਕਿ ਪੱਤਰਕਾਰਾਂ ਉਹਨਾਂ ਨੂੰ ਹੀ ਨੌਕ ਕੀਤਾ ਪੁਲਿਸ ਵੱਲੋਂ। ਦੱਸਿਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਦੇ ਅੰਮ੍ਰਿਤਪਾਲ ਦੇ ਦਾਇਰੇ ਦੇ ਵਿੱਚ ਫੋਨ ਗਏ ਹੋਏ ਸੀ ਪਿਛਲੇ ਸਮੇਂ 'ਚ, ਉਹ ਫੋਨ ਕਾਲਸ, ਫੋਨ ਡਿਟੇਲ ਚੈੱਕ ਹੋਣ ਦੇ ਦੌਰਾਨ ਜਿਨ੍ਹਾਂ ਦੇ ਫੋਨ ਟਰੇਸ ਹੋਇਆ, ਸਿਰਫ ਵੈਰੀਫਿਕੇਸ਼ਨ ਲਈ ਅਸੀਂ ਉਹਨਾਂ ਨੂੰ ਕਾਲ ਕੀਤੀ ਜਾਂ ਉਹਨਾਂ ਕੋਲ ਗਏ ਆ, ਇਸ ਤੋਂ ਵੱਧ ਕੁਝ ਨਹੀਂ। ਪਰ ਇੱਥੇ ਇੱਕ ਸਵਾਲ ਬਹੁਤ ਅਹਿਮ ਆ ਕਿ ਤੁਸੀਂ ਟਵਿੱਟਰ ਹੈਂਡਲ ਕਈਆਂ ਦੇ ਫੇਸਬੁੱਕ ਖਾਤੇ ਕਈਆਂ ਦੇ ਖਿਲਾਫ ਲਿਖਿਆ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੋਈ ਅਜੇ ਤੱਕ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਆਖਰੀ ਸ਼ਬਦ ਨਹੀਂ ਆਇਆ। ਤੀਜੀ ਗੱਲ, ਸਾਰੇ ਵਰਤਾਰੇ ਨੂੰ ਦੇਖਦਿਆਂ ਇਹਦੀ ਜੜ 'ਚ ਨਸ਼ਾ ਪਿਆ ਦਿਸਦਾ ਹੈ। ਇੱਥੇ ਸਿਫਤ ਕਰਨੀ ਬਣਦੀ ਆ ਡਾਕਟਰ ਬਲਬੀਰ ਸਿੰਘ ਦੀ। ਅਸੀਂ ਇਹਨੂੰ ਸਮਝਦੇ ਹਾਂ, ਹੈਲਥ ਡਿਪਾਰਟਮੈਂਟ ਦੇ ਅੰਦਰ ਨਸ਼ਿਆਂ ਨੂੰ ਲੈ ਕੇ ਹੋ ਰਹੀ ਸਰਗਰਮੀ ਤੇ ਚੈੱਕ ਕੀਤਾ ਤੇ ਬਲਬੀਰ ਸਿੰਘ ਦੀ ਸੁਹਿਰਦਤਾ ਬਤੌਰ ਮਿਨਿਸਟਰ ਇਹਦੇ 'ਚ ਨਜ਼ਰ ਆਈ। ਉਹ ਕਾਫੀ ਲੱਕ ਬੰਨ ਕੇ ਲੱਗੇ ਹੋਇਆ। ਉਹਨਾਂ ਦੇ ਐਫਰਟਸ ਕਿੰਨੇ ਸਫਲ ਹੁੰਦੇ ਆ, ਇਹ ਤਾਂ ਭਵਿੱਖ ਦੀ ਕੁੱਖ 'ਚ ਅਗਲੇ ਦਿਨਾਂ 'ਚ ਦੇਖੇ ਜਾਣਗੇ। ਪਰ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ। ਲੇਕਿਨ ਇੱਕ ਸਵਾਲ ਬਹੁਤ ਵੱਡਾ ਹੈ ਡਾਕਟਰ ਬਲਬੀਰ ਸਿੰਘ ਜੀ, ਜੇਕਰ ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਲੋਕ ਬਾਹਰ ਨਿਕਲਣ ਦੀ ਦਰ ਬਹੁਤ ਘੱਟ ਹੈ ਔਰ ਉਹ 3% ਨਾਲੋਂ ਵੀ ਘੱਟ ਹੈ, ਤਾਂ ਫਿਰ ਸਾਨੂੰ ਇਹ ਮੰਡੀ ਮਕਾਉਣੀ ਪਊਗੀ। ਸਾਨੂੰ ਅਗਲੀ ਪੀੜ੍ਹੀ ਤੇ ਫੋਕਸ ਕਰਨਾ ਪਊਗਾ। ਸਾਨੂੰ ਜਿਹੜੇ ਨਸ਼ਿਆਂ 'ਚ ਲੱਗ ਕੇ ਉਹਨਾਂ ਦਾ ਖਿਆਲ ਰੱਖਣਾ ਪਊਗਾ, ਪਰ ਸਾਨੂੰ ਅਗਲੀ ਪੀੜ੍ਹੀ ਨੂੰ ਇਹ ਦੱਸ ਕੇ ਬਚਾਉਣਾ ਪਊਗਾ ਕਿ ਮਰਗਿਆਂ ਦੇ ਮਗਰ ਨਹੀਂ ਜਾਈਦਾ, ਉਹਨਾਂ ਦੇ ਬਰਾਤੀ ਨਹੀਂ ਬਣੀਦਾ। ਜਿਨ੍ਹਾਂ ਦੀ ਬਰਾਤ ਮੌਤ ਵੱਲ ਢੁੱਕ ਰਹੀ ਹੋਵੇ। ਆਸ਼ੂ ਦੀ ਬੇਲ ਹੋ ਗਈ ਆ, ਬਾਰਿਸ਼ ਨੇ ਬਰਬਾਦੀ ਇੰਨੀ ਕਰਤੀ ਆ, ਨੈਣਾ ਵਿੱਚੋਂ ਨੀਰ ਵਗਿਆ, ਜੱਟ ਲੱਗ ਕੇ ਸੀਰੀ ਦੇ ਗਲ ਰੋਇਆ। ਹੋਰ ਕੀ ਹੁੰਦਾ ਜੀ? ਗੜੇਮਾਰੀ ਨੇ ਕਈਆਂ ਦੇ ਸਾਹ ਸੁਕਾਤੇ। ਰਾਹੁਲ ਗਾਂਧੀ ਨਾਲ ਧੱਕਾ ਬਹੁਤ ਹੋ ਗਿਆ। ਸੁਪਰੀਮ ਕੋਰਟ ਜਵਾਬਾ ਤੇ ਗੱਲ ਕਰ ਰਹੀ ਆ ਔਰ ਇਹਦੇ ਨਾਲ ਬਿਸ਼ਨੋਈ ਵਾਲੇ ਮਾਮਲੇ 'ਚ, ਇੰਟਰਵਿਊ ਦੇ ਮਾਮਲੇ 'ਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ, ਪੰਜਾਬ ਪੁਲਿਸ ਨੇ ਪੱਖ ਰੱਖਤਾ। ਇੱਕ ADGP ਦੀ ਅਗਵਾਈ 'ਚ ਕਮੇਟੀ ਬਣ ਗਈ। ਸਾਰੀਆਂ ਗੱਲਾਂ ਕਰਦੇ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ, ਹੁਣ ਤੱਕ ਦੀਆਂ ਪਰਿਸਥਿਤੀਆਂ ਨਾਲ ਸਾਂਝ ਪਵਾ ਦਿਓ। ਅੰਮ੍ਰਿਤਪਾਲ ਦੇ ਵਰਤਾਰੇ ਦੇ ਵਿੱਚ ਲੇਟੈਸਟ ਕੀ ਆ, ਜ਼ਰੂਰ ਦੱਸਿਓ।
ਰੰਧਾਵਾ ਜੀ, ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਹੁਣੇ ਮੇਰੇ ਸਾਹਮਣੇ ਟੀਵੀ ਚੱਲ ਰਿਹਾ ਔਰ ਨਿਊਜ਼ 18 ਜਿਹੜਾ ਚੈਨਲ ਹੈਗਾ ਪੰਜਾਬ ਦਾ, ਉਹਦੇ ਵਿੱਚ ਇੱਕ ਗੱਲ ਦੱਸੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਨੂੰ ISBT ਕਸ਼ਮੀਰੀ ਗੇਟ ਦੇ ਵਿੱਚ ਦੇਖਿਆ, ਉਹ ਸਾਧੂ ਦੇ ਵੇਸ਼ ਸੀਗਾ। ਕਿੱਥੇ ਗਿਆ, ਇਹਦੀ ਇਨਵੈਸਟੀਗੇਸ਼ਨ ਹਜੇ ਜਾਰੀ ਹੈ। ਪਰ ਕੱਲ ਹਰਿਆਣਾ ਦੇ ਹੀ ਗ੍ਰਹਿ ਮੰਤਰੀ ਅਨਿਲ ਵਿਜ ਉਹਨਾਂ ਨੇ ਵੀ ਕੁਝ ਗੱਲ ਕੀਤੀ ਜਿਹੜੀ ਪੰਜਾਬ ਪੁਲਿਸ ਵਾਸਤੇ ਦਿਲ ਨੂੰ ਲਾਉਣ ਵਾਲੀ ਹੈਗੀ ਹੈ। ਉਹ ਕਹਿੰਦੇ ਅਸੀਂ ਸੱਦਾ ਦਿੱਤਾ ਸੀ, ਦੱਸਿਆ ਸੀ ਪੰਜਾਬ ਪੁਲਿਸ ਨੂੰ ਕਿ ਇੱਥੇ ਅੰਮ੍ਰਿਤਪਾਲ ਮਾਰਚ 19 ਨੂੰ ਠਹਿਰਿਆ। 1.5 ਦਿਨ ਲਾਤਾ ਪੰਜਾਬ ਪੁਲਿਸ ਨੇ ਪਹੁੰਚਣ ਵਾਸਤੇ। ਉਹ ਸ਼ੰਭੂ ਬਾਰਡਰ ਦੇਖਦੇ ਰਹੇ, ਤੱਕਦੇ ਰਹੇ ਕਿ ਕਦੋਂ ਪੰਜਾਬ ਪੁਲਿਸ ਆਏਗੀ ਤੇ ਇਸ ਮੁੱਦੇ ਦੇ ਉੱਤੇ ਇਨਵੈਸਟੀਗੇਸ਼ਨ ਕਰੇਗੀ, ਪਰ 1.5 ਦਿਨ ਲਾਏ। ਇਹ ਇੱਕ ਪ੍ਰਸ਼ਨ ਚਿੰਨ੍ਹ ਤੇ ਬਣਦਾ ਹੈ। ਕੱਲ ਅੰਮ੍ਰਿਤਪਾਲ ਨੂੰ ਲੈ ਕੇ ਬੜੇ ਵੱਡੇ ਖੁਲਾਸੇ ਹੋਏ। ਖੰਨਾ ਦੀ SSP ਅਵਨੀਤ ਕੌਂਡਲ ਨੇ ਜਿਸ ਤਰੀਕੇ ਨਾਲ ਉਹ ਖੁਲਾਸੇ ਕੀਤੇ, ਤੇਜਿੰਦਰਪਾਲ ਗਿੱਲ ਉਰਫ ਗੋਰਖਾ ਬਾਬਾ, ਜਿਹਦੇ ਫੋਨ ਦੇ ਵਿੱਚੋਂ ਇਹ ਸਾਰੀ ਜਾਣਕਾਰੀ ਕਲੇਮ ਕੀਤਾ ਪੁਲਿਸ ਨੇ ਕਿ ਨਿਕਲੀ ਹੈ, ਖਾਲਿਸਤਾਨ ਦੇ ਨਕਸ਼ੇ ਤੋਂ ਲੈ ਕੇ AKF ਫਿਰ ATF, ਯਾਨੀ ਹਜੇ ਤੱਕ ਗੱਲਾਂ ਆਨੰਦਪੁਰ ਖਾਲਸਾ ਫੌਜ ਦੀ ਚੱਲਦੀ ਸੀ। ਹੁਣ ਇਹ ਵੀ ਪਤਾ ਲੱਗਿਆ ਹੈ ਕਿ ਹੁਣ ਅੰਮ੍ਰਿਤਪਾਲ ਟਾਈਗਰ ਫੋਰਸ ਵੀ ਬਣਾਈ ਗਈ ਸੀ, ਜਿਹਦੇ ਵਿੱਚ ਖਾਸ ਬੰਦੇ 42 ਨੌਜਵਾਨਾਂ ਨੂੰ ਉਹਦੇ ਵਿੱਚ ਸੰਮਿਲਿਤ ਕਰਤਾ ਸੀਗਾ। ਉਸ ਤੋਂ ਇਲਾਵਾ 2 WhatsApp ਗਰੁੱਪ ਚੱਲਦੇ ਸੀ, ਇੱਕ AKF ਦਾ ਤੇ ਇੱਕ ATF ਦਾ। ਉਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਉਹ तमाम ਜਾਣਕਾਰੀਆਂ ਸ਼ੇਅਰ ਹੁੰਦੀ ਸੀ। ਹਾਲਾਂਕਿ ਉਹਨਾਂ WhatsApp ਗਰੁੱਪ ਦੀ ਜਾਣਕਾਰੀ ਹੁਣ ਪੁਲਿਸ ਨੂੰ ਤੇ ਮਿਲ ਗਈ ਹੈ। ਖਾਲਿਸਤਾਨ ਦਾ ਨਕਸ਼ਾ ਜਿਹਦੇ ਵਿੱਚ ਜੰਮੂ ਕਸ਼ਮੀਰ, ਹਰਿਆਣਾ, ਲਾਹੌਰ, ਪਿਸ਼ਾਵਰ, ਯਾਨੀ ਇਹ तमाम ਜਗ੍ਹਾ ਦੇ ਸਾਰੀ ਚੀਜ਼ਾਂ ਖਾਲਿਸਤਾਨ ਦੇ ਨਕਸ਼ੇ ਦੇ ਵਿੱਚ ਇਨਕਲੂਡ ਕੀਤੀ ਹੋਈ ਸੀ। $10 ਦਾ ਨੋਟ ਵੀ ਨਸ਼ਰ ਹੋਇਆ। $10 ਯਾਨੀ $10 ਦੀ ਖਾਲਿਸਤਾਨ ਕਰੰਸੀ ਵੀ ਉਸ ਫੋਨ ਤੋਂ ਹੀ ਨਸ਼ਰ ਹੋਈ ਜਿਹਦੇ ਵਿੱਚ ਉਹ ਫੋਟੋ ਸੀਗੀ। ਹੁਣ ਇੱਥੇ ਤੱਕ ਵੀ ਗੱਲ ਚੱਲੀ ਹੈ ਕਿ 20,000 ਦੈਨਿਕ ਭਾਸਕਰ ਦੀ ਖਬਰ ਦੇ ਹਿਸਾਬ ਨਾਲ 20,000 ਇਸ ਤਰੀਕੇ ਦੇ ਡਾਲਰਾਂ ਦੀ ਡਿਲੀਵਰੀ ਹੋ ਚੁੱਕੀ ਸੀਗੀ ਔਰ ਇਟਲੀ ਦੇ ਥਰੂ ਹੋਈ ਸੀ। ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਨੋਟ ਦੇ ਕਾਗਜ਼ ਕਿਸ ਵਰਗਾ ਹੈ। ਹਜੇ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਤੇ ਨਿਕਲ ਕੇ ਆਈ ਹੈ ਕਿ ਪੁਰਾਣਾ 500 ਦਾ ਨੋਟ ਜਿਹੜਾ ਹੁੰਦਾ ਸੀ, ਜਿਹੜਾ ਮੋਦੀ ਸਾਹਿਬ ਨੇ ਬੈਨ ਕਰਤਾ 8 ਨਵੰਬਰ 2016 ਤੇ ਉਸ ਟਾਈਮ ਤੋਂ ਲੈ ਕੇ ਉਹ ਜਿਹੜਾ ਨੋਟ ਦੀ ਇੱਕ ਤਰੀਕੇ ਨਾਲ ਕਾਗਜ਼ ਹੈ ਉਸ ਤੋਂ ਜ਼ਿਆਦਾ ਮਿਲਦਾ ਜੁਲਦਾ ਹੈ। ਉਸ ਤੋਂ ਇਲਾਵਾ ਜਿਹੜੇ ਕੱਲ ਖੁਲਾਸੇ ਹੋਏ ਕਿ AKF ਜਿਹੜੇ ਵੀ ਰੱਖੇ ਗਏ ਸੀ AKF ਦੇ ਵਿੱਚ, ਉਹਨਾਂ ਨੂੰ ਸਪੈਸ਼ਲ ਬੈਲਟ ਨੰਬਰ ਅਲਾਟ ਹੁੰਦਾ ਸੀ, ਕਿਉਂਕਿ ਜਿਹੜਾ ਤੇਜਿੰਦਰਪਾਲ ਸਿੰਘ ਗਿੱਲ ਫੜਿਆ ਉਹਨੂੰ ਬੈਲਟ ਨੰਬਰ 3 ਮਿਲਿਆ ਸੀਗਾ। ਇਸ ਤਰ੍ਹਾਂ ਹੀ ਅਵਨੀਤ ਕੌਂਡਲ ਉਹਨਾਂ ਨੇ ਦੱਸਿਆ ਕਿ ਬੈਲਟ ਨੰਬਰ 47, ਬੈਲਟ ਨੰਬਰ 46, 53 ਇਸ ਤਰੀਕੇ ਨਾਲ ਆਪਣੀ ਫੌਜ ਨੂੰ, ਜਿਸ ਤਰ੍ਹਾਂ ਇੰਡੀਅਨ ਫੌਜ ਦਿੰਦੀ ਹੈ, ਭਾਰਤ ਦੀ ਫੌਜ ਹੈ, ਉਸ ਤਰੀਕੇ ਨਾਲ ਬੈਲਟ ਨੰਬਰ ਵੀ ਦਿੱਤੇ ਹੋਏ ਸੀਗੇ। ਉਸ ਤੋਂ ਇਲਾਵਾ ਗੁਰਪੇਜ ਸਿੰਘ ਉਰਫ ਭੇਜਾ, ਉਹਦੀ ਵੀ ਗੱਲ ਅਵਨੀਤ ਕੌਂਡਲ ਉਹਨਾਂ ਨੇ ਕੀਤੀ ਹੈ ਕਿ ਉਹਨੇ 10 ਬੁਲੇਟ ਪ੍ਰੂਫ ਜੈਕਟਾਂ AKF ਮਾਰਕੇ ਵਾਲੀ ਲਿੱਤੀ ਸੀਗੀ ਔਰ ਉਹਨੇ ਖਾਸ ਅੰਮ੍ਰਿਤਪਾਲ ਦੇ ਨਾਲ ਹਮੇਸ਼ਾ ਰਹਿੰਦੇ ਸੀਗੇ ਔਰ ਖਾਸ ਕਰਕੇ ਉਸ ਫਾਇਰਿੰਗ ਰੇਂਜ ਦੇ ਵਿੱਚ ਰਹਿੰਦੇ ਸੀਗੇ, ਉਹਨਾਂ ਨੂੰ ਦਿੱਤੀ ਸੀ, ਕਿਉਂਕਿ ਫਾਇਰਿੰਗ ਦੇ ਟਾਈਮ ਵਿੱਚ ਐਕਸ ਸਰਵਿਸਮੈਨ ਜਿਹੜੇ ਅੰਮ੍ਰਿਤਪਾਲ ਦੀ ਫੌਜ ਦੇ ਵਿੱਚ ਸ਼ਾਮਿਲ ਹੋ ਚੁੱਕੇ ਸੀਗੇ, ਉਹ ਅੰਮ੍ਰਿਤਪਾਲ ਦੇ ਫੌਜੀਆਂ ਨੂੰ ਟ੍ਰੇਨਿੰਗ ਦਿੰਦੇ ਸੀਗੇ। ਇਹਨਾਂ ਸਾਰੀ ਗੱਲਾਂ ਦਾ ਖੁਲਾਸਾ ਕੱਲ ਹੋਇਆ ਔਰ ਉਸ ਤੋਂ ਇਲਾਵਾ ਇੱਕ ਨਵੀਂ ਕੰਪਲੇਂਟ ਯਾਨੀ ਨਵੀਂ FIR ਵੀ ਦਰਜ ਕੀਤੀ ਗਈ ਹੈ ਅੰਮ੍ਰਿਤਪਾਲ ਦੇ ਖਿਲਾਫ। ਸ਼ੇਖੂਪੁਰ ਗੁਰਦੁਆਰੇ ਦੇ ਗ੍ਰੰਥੀ ਜਾਂ ਉਹਨਾਂ ਦੀ ਪਤਨੀ ਦੀ ਕੰਪਲੇਂਟ ਦੇ ਉੱਤੇ ਗੁਰਮੀਤ ਕੌਰ ਨੇ ਇਹ ਕੰਪਲੇਂਟ ਕੀਤੀ ਕਿ ਬੰਦੂਕ ਦੀ ਨੋਕ ਤੇ ਉਹਨਾਂ ਦੇ ਬੇਟੇ ਤੋਂ ਮੋਟਰਸਾਈਕਲ ਲੈਣ ਦੀ ਕੋਸ਼ਿਸ਼ ਕੀਤੀ ਗਈ ਔਰ ਮੋਟਰਸਾਈਕਲ ਤੇ ਉਹ ਜਿਹੜੀ ਸਤਲੁਜ ਨਦੀ ਹੈ ਉਹਨੂੰ ਪਾਰ ਕਰਾਉਣ ਵਾਸਤੇ ਕੀਤਾ ਗਿਆ। ਜਦ ਉਹਨਾਂ ਦੇ ਬੇਟੇ ਨੇ ਇਹ ਗੱਲ ਕਹੀ ਕਿ ਉਹਨਾਂ ਦਾ ਮੋਟਰਸਾਈਕਲ ਖਰਾਬ ਹੈ ਤੇ ਫਿਰ ਗੱਲ ਸਕੂਟੀ ਦੀ ਹੋਈ। ਯਾਨੀ ਇਹਨਾਂ तमाम ਗੱਲਾਂ ਦੇ ਉੱਤੇ ਬਹੁਤ ਸਾਰੀ ਡਿਵੈਲਪਮੈਂਟ ਕੱਲ ਹੋਈ। 207 ਕੇਸ ਜਿਹੜੇ ਰਜਿਸਟਰਡ ਕੀਤੇ ਗਏ ਸੀ ਔਰ 207 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਉਹਨਾਂ ਵਿੱਚੋਂ 44 ਨੂੰ ਕੱਲ ਛੱਡ ਦਿੱਤਾ ਗਿਆ ਔਰ ਹੋਰ ਇਨਵੈਸਟੀਗੇਸ਼ਨ ਜਾਰੀ ਹੈ, ਕਿਉਂਕਿ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਪਹਿਲੇ ਹੀ ਕਿਹਾ ਸੀਗਾ ਕਿ 207 ਵਿੱਚੋਂ ਸਿਰਫ 30 ਲੋਕਾਂ ਦੇ ਖਿਲਾਫ ਕੇਸ ਅੱਗੇ ਤੋਰੇ ਜਾਣਗੇ, ਬਾਕੀਆਂ ਨੂੰ ਇਨਵੈਸਟੀਗੇਸ਼ਨ ਤੋਂ ਬਾਅਦ ਹੋ ਸਕਦਾ ਛੱਡ ਦਿੱਤਾ ਜਾਏ। ਅਨਿਲ ਵਿਜ ਦੀ ਗੱਲ ਕਰੀ ਚੁੱਕੇ ਆ ਔਰ ਹਰਿਆਣਾ ਦੇ ਵਿੱਚ ਇੱਕ ਡਰਾਈਵਰ ਜਿਹੜਾ ਅੰਬਾਲਾ ਤੋਂ ਪੀਪਲੀ ਲੈ ਕੇ ਗਿਆ ਸੀ, ਯਾਨੀ ਪੀਪਲੀ ਕੁਰੂਕਸ਼ੇਤਰ, ਜਿੱਥੇ ਉਹ ਬਲਜੀਤ ਕੌਰ ਜਿਹਦੇ ਘਰ ਦੇ ਵਿੱਚ ਅੰਮ੍ਰਿਤਪਾਲ ਕਥਿਤ ਤੌਰ ਤੇ ਮਾਰਚ 19 ਤੇ 20 ਨੂੰ ਰਿਹਾ ਸੀਗਾ, ਉੱਥੇ ਡ੍ਰੌਪ ਉਸ ਡਰਾਈਵਰ ਨੇ ਕੀਤਾ ਸੀ। ਡਰਾਈਵਰ ਤੋਂ ਵੀ ਪੁੱਛਗਿੱਛ ਹੋ ਰਹੀ ਹੈ। ਉਸ ਤੋਂ ਇਲਾਵਾ ਬਲਜੀਤ ਕੌਰ ਨੂੰ ਕੱਲ ਨਕੋਦਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, 3 ਦਿਨ ਦਾ ਰਿਮਾਂਡ ਲੈ ਲਿਆ। ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਵੀ ਨਿਕਲ ਕੇ ਆਈ ਹੈ ਕਿ ਬਲਜੀਤ ਕੌਰ ਦੇ ਨਾਲ ਪਪਲਪ੍ਰੀਤ ਉਹ 2.5 ਸਾਲ ਤੋਂ ਕਨੈਕਸ਼ਨ ਦੇ ਵਿੱਚ ਸੀਗਾ, ਕਿਉਂਕਿ ਪਪਲਪ੍ਰੀਤ ਇੱਕ ਧਾਰਮਿਕ ਚੈਨਲ ਵੀ ਚਲਾਉਂਦਾ ਸੀਗਾ ਜਿਹਦੇ ਰਾਹੀਂ ਉਹ ਇਨਫਲੂਐਂਸ ਹੋਈ ਸੀ। ਹੁਣ ਬਲਜੀਤ ਕੌਰ ਦਾ ਕਿੰਨਾ ਕੁ ਰੋਲ ਹੈ,
ਬਲਜੀਤ ਕੌਰ ਨੂੰ ਪਪਲਪ੍ਰੀਤ ਨੇ ਕਿਸ ਤਰ੍ਹਾਂ ਕੰਟੈਕਟ ਕੀਤਾ ਸੀਗਾ ਕਿ ਅਸੀਂ ਤੁਹਾਡੇ ਘਰ ਆ ਰਹੇ ਹਾਂ ਰਹਿਣ ਵਾਸਤੇ, ਇਹਦੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ। ਅੰਮ੍ਰਿਤਪਾਲ ਦੀ ਪਤਨੀ ਦੇ ਯੂਕੇ ਦੀ ਸਿਟੀਜ਼ਨ ਹੈਗੀ ਹੈ, ਉਹਦੇ ਬੇਸ ਤੇ ਅੰਮ੍ਰਿਤਪਾਲ ਨੇ ਯੂਕੇ ਦੀ ਸਿਟੀਜ਼ਨਸ਼ਿਪ ਵੀ ਫਰਵਰੀ ਦੇ ਮਹੀਨੇ ਦੇ ਵਿੱਚ ਅਪਲਾਈ ਕੀਤੀ ਸੀ। ਹਜੇ ਉਸ ਮੁੱਦੇ ਦੇ ਉੱਤੇ ਡਿਸੀਜਨ ਆਣਾ ਬਾਕੀ ਹੈ। ਪਾਸਪੋਰਟ ਜਦ ਘਰਦਿਆਂ ਤੋਂ ਮੰਗਿਆ ਗਿਆ ਅੰਮ੍ਰਿਤਪਾਲ ਦਾ, ਤੇ ਉਹ ਕਹਿੰਦੇ ਪਾਸਪੋਰਟ ਸਾਡੇ ਕੋਲ ਨਹੀਂ ਹੈਗਾ, ਹੋ ਸਕਦਾ ਅੰਮ੍ਰਿਤਪਾਲ ਨਾਲ ਹੀ ਲੈ ਕੇ ਗਿਆ ਹੋਵੇ। ਔਰ ਉਸ ਤੋਂ ਇਲਾਵਾ ਜਿਹੜੀ ਗੱਲਾਂ ਅੱਗੇ ਤੁਰ ਰਹੀ ਹੈ, ਮੈਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਦਾ ਜਿਹੜੀ ਹੁਣ ਲੈਵਲ ਹੈਗਾ ਉਹ ਇੰਨੇ ਕੁ ਵੱਡੇ ਖੁਲਾਸੇ ਕਰ ਰਿਹਾ ਹੈ ਕਿ ਜਿੱਦਾਂ ਹੁਣ ਖਾਲਿਸਤਾਨ ਕੁਝ ਪਲਾਂ ਦੇ ਵਿੱਚ, ਕੁਝ ਦਿਨਾਂ ਦੇ ਵਿੱਚ ਬਣ ਹੀ ਜਾਣਾ ਸੀਗਾ। ਪਰ ਇਹ ਜਦ ਸਾਰੀ ਇਨਵੈਸਟੀਗੇਸ਼ਨ ਹੁਣ ਹੋ ਰਹੀ ਹੈ 5-6 ਦਿਨਾਂ ਦੇ ਵਿੱਚ, ਇਹ ਇਨਵੈਸਟੀਗੇਸ਼ਨ ਪਹਿਲੇ ਨਹੀਂ ਹੋਈ ਸੀ। ਮਾਰਚ 18 ਨੂੰ ਅਚਾਨਕ ਪੁਲਿਸ ਤੇਜ਼ੀ 'ਚ ਆਉਂਦੀ ਹੈ ਔਰ ਇਹਨਾਂ 6 ਦਿਨਾਂ ਦੇ ਵਿੱਚ ਐਦਾਂ ਵੱਡੇ ਵੱਡੇ ਖੁਲਾਸੇ ਹੁੰਦੇ ਨੇ ਜਿਹਦੇ ਰਾਹੀਂ ਇਹ ਲੱਗਦਾ ਹੈ ਕਿ ਵੀ ਅੰਮ੍ਰਿਤਪਾਲ ਦਾ ਕੈਰੀਅਰ ਖਤਮ। ਕੁਝ ਇਸ ਤਰ੍ਹਾਂ ਤਰੀਕੇ ਦਾ ਵੀ ਇੰਪ੍ਰੈਸ਼ਨ ਆਉਂਦਾ ਹੈ ਕਿ ਪਿਛਲੇ 6 ਮਹੀਨੇ ਦੇ ਵਿੱਚ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦਾ ਕੱਦ ਵੱਡਾ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ 6 ਦਿਨਾਂ ਦੇ ਵਿੱਚ ਉਸੇ ਅੰਮ੍ਰਿਤਪਾਲ ਦੇ ਉੱਤੇ ਇੰਨੇ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਨੇ। ਇਹਦੇ ਵਿੱਚ ਕੁਝ ਗੱਲਾਂ ਸਮਝ ਆ ਰਹੀ ਹੈ, ਕੁਝ ਨਹੀਂ ਵੀ ਸਮਝ ਆ ਰਹੀ, ਕਿਉਂਕਿ ਕਈ ਵਾਰ ਤੁਸੀਂ ਬੋਤਲ ਦੇ ਵਿੱਚੋਂ ਜਿੰਨ ਕੱਢ ਦੇ ਦਿੰਦੇ ਹੋ, ਜਦ ਬਾਅਦ ਚੋਂ ਬੋਤਲ ਦੇ ਵਿੱਚ ਜਿੰਨ ਪਾਣਾ ਹੁੰਦਾ ਵਾਪਸ, ਉਹਦੇ ਵਿੱਚ ਦਿੱਕਤ ਆਉਂਦੀ ਹੈ ਤੇ ਉਹਦੇ ਵਾਸਤੇ ਗਰਾਊਂਡ ਤਿਆਰ ਕਰਨਾ ਪੈਂਦਾ ਹੈ। ਇਹਨਾਂ ਸਾਰੀ ਗੱਲਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਤੇ ਨਹੀਂ ਪੈਂਦੇ, ਪਰ ਇਹ ਜਿਹੜੀ ਇਨਵੈਸਟੀਗੇਸ਼ਨ ਪਿਛਲੇ 6 ਦਿਨਾਂ ਦੇ ਵਿੱਚ ਨਿਕਲ ਕੇ ਆਈ ਹੈ, ਜੇ ਪੰਜਾਬ ਪੁਲਿਸ ਨੂੰ ਜਾਂ ਸੈਂਟਰਲ ਏਜੰਸੀਜ਼ ਨੂੰ ਪਹਿਲਾਂ ਹੀ ਪਤਾ ਸੀਗਾ, ਕਿਉਂਕਿ ਇਹ ਸਿਰਫ 6 ਦਿਨਾਂ ਦੇ ਵਿੱਚ ਨਹੀਂ ਹੋ ਸਕਦਾ, ਇਹ ਲੰਬਾ ਸਮਾਂ ਚਾਹੀਦਾ ਹੁੰਦਾ ਹੈ ਇਹਨਾਂ ਸਾਰੀ ਗੱਲਾਂ ਦੀ ਤਿਆਰੀਆਂ ਕਰਨ ਦੀ। ਉਹ ਝੰਡੇ ਖਾਲਿਸਤਾਨ ਦੇ, ਉਹ ਰਿਆਸਤਾਂ, ਉਹਦਾ ਪੂਰਾ ਡਿਜ਼ਾਈਨ ਕਰਨਾ, ਉਹ ਡਾਲਰ, ਉਹ ਜਿਹੜਾ ਫਾਇਰਿੰਗ ਰੇਂਜ ਤਿਆਰ ਕਰਨਾ, ਇਹਨਾਂ ਸਾਰੀ ਗੱਲਾਂ ਦਾ ਖੁਲਾਸਾ 6 ਦਿਨਾਂ ਦੇ ਵਿੱਚ ਹੀ ਕਰਨਾ, ਇਹ ਆਪਣੇ ਆਪ ਵਿੱਚ ਥੋੜੀ ਜਿਹੀ ਅਜੀਬ ਜੀ ਤੇ ਗੱਲ ਲੱਗਦੀ ਹੈ। ਪਰ ਚਲੋ ਹੁਣ ਕੇਂਦਰ ਦੀ ਏਜੰਸੀਆਂ ਔਰ ਪੰਜਾਬ ਪੁਲਿਸ ਕਈ ਵਾਰ ਖੁਫੀਆ ਤੌਰ ਤੇ ਵੀ ਇਸ ਤਰੀਕੇ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਔਰ ਸਮੇਂ ਆਉਣ ਦੇ ਉੱਤੇ ਐਕਸ਼ਨ ਲੈਂਦੀ ਹੈ। ਸ਼ਾਇਦ ਉਹ ਸਮੇਂ ਮਾਰਚ 18 ਨੂੰ ਆ ਚੁੱਕਿਆ ਸੀਗਾ। ਜੀ ਇੰਦਰਪ੍ਰੀਤ ਜੀ, ਇਹਦੇ ਵਿੱਚ ਕਾਫੀ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਯਕੀਨ ਕਰਨਾ ਪਹਿਲੀ ਨਜ਼ਰੇ ਔਖਾ ਹੁੰਦਾ। ਇੱਕ ਗੱਲ ਤਾਂ ਬਹੁਤ ਹੀ ਅਹਿਮ ਹੈਗੀ ਆ ਕਿ ਇਹਦਾ ਰਿਐਕਸ਼ਨ ਦੁਨੀਆ ਭਰ ਦੇ ਵਿੱਚ, ਪੰਜਾਬ ਤੋਂ ਬਾਹਰ ਤੁਸੀਂ ਦੇਖ ਹੀ ਰਹੇ ਹੋ, ਕੁਝ ਬਾਹਰਲੀਆਂ ਸਟੇਟਾਂ ਦੇ ਵਿੱਚ ਹੋਇਆ, ਉੱਥੇ ਵੀ ਪਰਚੇ ਦਰਜ ਹੋ ਗਏ। ਜਿਹੜਾ ਭਾਰਤੀ ਕਮਿਸ਼ਨ ਹੈਗਾ, ਜਿਹੜਾ ਭਾਰਤੀ ਕੌਂਸਲੇਟ ਆ ਲੰਡਨ ਦੇ ਵਿੱਚ, ਜੋ ਉੱਥੇ ਹੋਇਆ, ਉਸ ਤੋਂ ਬਾਅਦ ਦਿੱਲੀ ਦੇ ਵਿੱਚ ਪਰਚੇ ਹੋ ਗਏ। ਮਤਲਬ ਇੱਕ ਵੱਡਾ ਸਾਰਾ ਜਾਲ ਜਿਹਦੇ 'ਚ ਆਪਾਂ ਆਪਣੇ ਪੈਰ ਫਸਾਈ ਜਾਂਦੇ ਆ। ਇਹ ਸਮਝ ਨਹੀਂ ਆ ਰਹੀ ਵਾਪਰ ਕੀ ਰਿਹਾ। ਹਾਲਾਂਕਿ ਅਖਬਾਰੀ ਰਿਪੋਰਟ, ਇਸ ਭਾਸਕਰ ਸਾਹਿਬ ਨੇ ਜੋ ਵੀ ਕਿਹਾ ਕਿ ਅੱਜ ਦੀਆਂ ਘੱਟੋ ਘੱਟ 10 ਅਖਬਾਰਾਂ ਦੇ ਵਿੱਚ ਛਪੀਆਂ ਹੋਈਆਂ ਰਿਪੋਰਟਸ ਦੇ ਆਧਾਰ ਤੇ ਇਹਨਾਂ ਨੇ ਰਿਪੋਰਟ ਤਿਆਰ ਕੀਤੀ। ਇਹਨਾਂ ਦਾ ਆਪਣਾ ਨਿੱਜੀ ਕੁਝ ਨਹੀਂ ਹੈ, ਕੋਈ ਇਨਵੈਸਟੀਗੇਸ਼ਨ ਸਾਡੀ ਨਹੀਂ ਗਈ, ਸਿਰਫ ਰਿਪੋਰਟ ਕੀਤਾ ਹੈ। ਇਹਨੂੰ ਤੁਸੀਂ ਦੇਖਣਾ ਕਿ ਇਹਨੂੰ ਕਿਵੇਂ ਲੈ ਰਹੇ ਹੋ, ਇਹਦੇ ਵਿੱਚ ਸੱਚਾਈ ਕਿੰਨੀ ਹੋ ਸਕਦੀ, ਨਹੀਂ ਹੋ ਸਕਦੀ। ਇੰਦਰਪ੍ਰੀਤ ਜੀ ਆਪਣੀ ਗੱਲ ਰੱਖੋ। ਮੈਂ ਇਹ ਭਾਸਕਰ ਸਾਹਿਬ ਨੇ ਜੋ ਗੱਲਾਂ ਅਖਬਾਰੀ ਰਿਪੋਰਟਾਂ ਦੇ ਅਨੁਸਾਰ ਕੀਤੀਆਂ, ਮੈਂ ਉਸੇ ਤੇ 2-3 ਪੁਆਇੰਟ ਜੀ ਹੈ, ਮੇਰੇ ਕੋਲ ਜ਼ਿਆਦਾ ਨਹੀਂ ਹੈ ਇਹਦੇ ਵਿੱਚ ਕੁਝ ਕਹਿਣ ਨਹੀਂ, ਕਿਉਂਕਿ ਆਲਰੇਡੀ ਭਾਸਕਰ ਸਾਹਿਬ ਸਭ ਕੁਝ ਦੱਸ ਚੁੱਕੇ ਹੈ। ਔਰ ਇਹ ਸਭ ਤੋਂ ਵੱਡਾ ਪੁਆਇੰਟ ਤਾਂ ਇਹ ਸੀਗਾ ਕਿ ਜਿਹੜਾ ਕਿਹਾ ਗਿਆ ਇੱਕ ਅਖਬਾਰ ਨੇ ਕਿ $20,000 ਲਿਆਤਾ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹ $20,000 ਤੇ ਲਿਆਉਣ ਦਾ ਮਤਲਬ ਕੀ ਹੈ, ਕਿ ਉਹ ਖਾਲਿਸਤਾਨੀ ਵਾਲਾ ਉਹ ਡਾਲਰ ਹੈ ਜਾਂ ਦੂਸਰਾ ਡਾਲਰ ਹੈ, ਇਹ ਹਜੇ ਕਲੈਰਿਟੀ ਨਹੀਂ ਆ ਰਹੀ। ਦੂਸਰੀ ਜਿਹੜੀ ਗੱਲ ਉਹਨੂੰ ਕੁੱਟ ਮਾਰਦੀ ਹੈ, ਉਹ ਇੱਕ ANI ਦੀ ਏਜੰਸੀ ਜਿਹੜੀ ਹੈਗੀ ਹੈ ANI, ਉਹਦੀ ਇੱਕ ਰਿਪੋਰਟ ਦਿੱਲੀ ਤੋਂ ਕੱਲ ਨਸ਼ਰ ਹੋਈ ਸੀਗੀ ਤੇ ਉਹ ਸਾਰੇ ਤਮਾਮ ਅਖਬਾਰਾਂ ਨੇ ਲਗਾਈ ਹੈ। ਇਹ ਖਬਰ ਮੈਂ ਦੇਖੀ ਹੈ, ਉਹਦੇ 'ਚ ਕਿਹਾ ਗਿਆ ਕਿ ਇਹ ਕੁੱਟਮਾਰ ਵੀ ਕਰਦਾ ਸੀ ਤੇ ਇਹਦੇ 3 ਲੇਡੀਜ਼ ਨਾਲ ਸੰਬੰਧ ਸੀ ਜੋ ਥਾਈਲੈਂਡ ਰਹਿੰਦੀਆਂ ਨੇ, ਜੋ ਅਖਬਾਰ ਉਹ 'ਚ ਕਿਹਾ ਸੀ। ਅਸੀਂ ਕੱਲ ਜਦੋਂ ਇਸ ਖਬਰ ਨੂੰ ਮਤਲਬ ਕ੍ਰਾਸ ਚੈੱਕ ਕਰ ਰਹੇ ਸੀ ਤਾਂ ਇੱਕ ADGP ਰੈਂਕ ਦੇ ਆਫੀਸਰ ਨਾਲ ਗੱਲ ਹੋਈ ਤੇ ਉਹਨੇ ਕਿਹਾ ਕਿ ਯਾਰ ਇੱਕ ਪਾਸੇ ਤਾਂ ਤੁਸੀਂ ਖਬਰ ਲਗਾਈ ਜਾ ਰਹੇ ਹੋ ਕਿ ਉਹ ਖਾਲਿਸਤਾਨੀ ਸਮਰਥਕ ਕੁੜੀ ਹੈ, ਫੰਡਿੰਗ ਇਕੱਠੀ ਕਰ ਰਹੀ ਹੈ, ਇਹਦਾ ਮਤਲਬ ਉਹ ਖਾੜਕੂ ਤਬੀਅਤ ਦੀ ਕੁੜੀ ਤਾਂ ਹੈ ਹੀ ਹੈ ਨਾ, ਤੇ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਉਹਨੂੰ ਕੁੱਟ ਪੈ ਰਹੀ ਸੀ। ਇਹ ਦੋਨੋਂ ਮੈਚ ਨਹੀਂ ਕਰਦੀਆਂ ਆਪਸ 'ਚ ਗੱਲਾਂ। ਕੋਈ ਗੱਲ ਇਹੋ ਜਿਹੀ ਕਰਿਆ ਕਰੋ ਜਿਹੜੀ ਗਲੇ ਉਤਰ ਜੇ। ਅਸੀਂ ਕਿਹਾ ਵੀ ਇਹ ਸਾਡੀ ਨਹੀਂ, ਤੁਹਾਡੀਆਂ ਹੀ ਜਿਹੜੀ ਪੁਲਿਸ ਵੱਲੋਂ ਇਨਪੁਟਸ ਦਿੱਤੀਆਂ ਜਾ ਰਹੀਆਂ ਉਹਦੇ ਆਧਾਰ ਤੇ ਅਸੀਂ ਪੁੱਛ ਰਹੇ ਹਾਂ। ਖੈਰ ਉਹਨਾਂ ਨੇ ਗੱਲ ਨੂੰ ਤਾਂ ਡਿਨਾਈ ਕਰਤਾ ਕਿ ਬਈ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ, ਲੇਕਿਨ ਇਹ ਠੀਕ ਹੈ ਕਿ ਕੱਲ ਇਹ ਬਹੁਤ ਵੱਡੇ ਸਕੇਲ ਤੇ, ਕਿਉਂਕਿ ਏਜੰਸੀ ਦੀ ਖਬਰ ਸੀ ਇਸ ਕਰਕੇ ਬਹੁਤ ਵੱਡੇ ਸਕੇਲ ਤੇ ਪ੍ਰਕਾਸ਼ਿਤ ਹੋਈ ਹੈ। ਤੀਸਰੀ ਗੱਲ ਜਿਹੜੀ ਸੀਗੀ ਕਿ ਉੱਥੇ ਕੁਰਸ਼ੇਤਰ ਦੇ ਵਿੱਚ ਜਿੱਥੇ ਕੁੜੀ ਕੋਲੇ ਰਹਿ ਰਿਹਾ ਸੀਗਾ ਤੇ ਬਾਅਦ ਚ ਉਹਨੇ ਕਿਹਾ ਵੀ ਇਹ ਸਕੂਟੀ ਵਾਪਸ ਕਰਾਇਓ ਉੱਥੇ ਦੁਖਨਿਵਾਰਨ ਸਾਹਿਬ ਜਾ ਕੇ, ਉਹਦੇ ਬਾਰੇ ਵੀ ਕੱਲ ਅਸੀਂ ਫਿਰ ਮਤਲਬ ਆਪਣੇ ਰਿਪੋਰਟਰਸ ਦੀ ਡਿਊਟੀਆਂ ਲਗਾਈਆਂ ਕਿ ਬਈ ਪਤਾ ਕਰੋ ਕਿ ਕੀ ਹੋਇਆ ਇਹਦੇ ਤੇ। ਤਾਂ SSP ਪਟਿਆਲਾ ਨੇ ਕਿਹਾ ਵੀ ਸਾਡੇ ਕੋਲੇ ਤਾਂ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਹੈ, ਅਸੀਂ ਸਾਰੇ ਗੁੜੇ
ਵੀਡੀਓ ਫੁਟੇਜ ਜਿਹੜੇ ਹੈਗੇ ਆ ਉਹ ਖੰਗਾਲ ਲਏ ਹੈ। ਇਸ ਤਰ੍ਹਾਂ ਦੀ ਕੁਝ ਨਹੀਂ ਹੈ। ਮੇ ਬੀ ਕਿਉਂਕਿ ਦੁੱਖ ਨਿਵਾਰਨ ਸਾਹਿਬ ਇੱਕ ਲੁਧਿਆਣੇ ਵੀ ਹੈ, ਕਿਤੇ ਉੱਥੇ ਦੀ ਗੱਲ ਨਾ ਕਰ ਰਿਹਾ ਹੋਵੇ ਉਹ, ਕਿਉਂਕਿ ਸਿਰਫ ਦੁੱਖ ਨਿਵਾਰਨ ਸਾਹਿਬ ਦੀ ਆਈ ਸੀ, ਸ਼ਹਿਰ ਨਹੀਂ ਦੱਸਿਆ ਗਿਆ ਕਿ ਕਿਹੜਾ, ਪਟਿਆਲਾ ਕੀ ਲੁਧਿਆਣਾ। ਲੁਧਿਆਣਾ ਵੀ ਲੁਧਿਆਣੇ ਕੋਲ ਵੀ ਰੇਲਵੇ ਸਟੇਸ਼ਨ ਦੇ ਕੋਲ ਇੱਕ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਹੈ, ਮੇ ਬੀ ਉਸ ਦੀ ਗੱਲ ਹੋ ਰਹੀ ਹੋਵੇ। ਕਿਉਂਕਿ ਜਦੋਂ ਕੱਲ ਭਾਸਕਰ ਸਾਹਿਬ ਨੇ ਦੱਸਿਆ ਸੀ ਕਿ ਇੱਕ ਪੁਲ ਕ੍ਰਾਸ ਕਰਕੇ ਇੱਧਰ ਆਇਆ ਲੁਧਿਆਣੇ ਵਾਲੇ ਪਾਸੇ, ਤਾਂ ਉੱਥੋਂ ਉਹ ਅੱਗੇ ਗਏ ਨੇ, ਤਾਂ ਮੇ ਬੀ ਇਹ ਰਸਤਾ ਉਹ ਵਾਲਾ ਹੋਵੇ। ਤਾਂ ਇਸ ਤਰ੍ਹਾਂ ਕਈ ਗੁੰਝਲਾਂ ਨੇ ਜਿਹਦੇ ਤੇ ਉੱਤਰ ਅਜੇ ਦੇਣੇ ਬਾਕੀ ਨੇ। ਰੋਜ਼ ਇਹ ਉਲਝਦਾ ਹੀ ਜਾ ਰਿਹਾ ਹੈ। ਮਤਲਬ ਇੱਕ ਥਿਉਰੀ ਕੁਝ ਹੁੰਦੀ ਹੈ ਤੇ ਨਾਲ ਦੀ ਨਾਲ ਉਹਦੇ ਪੈਰਲਲ ਥਿਉਰੀ ਕੁਝ ਹੋਰ ਆ ਜਾਂਦੀ ਹੈ। ਸੋ ਕਈ ਥਿਉਰੀ ਚੱਲ ਰਹੀਆਂ ਨੇ, ਜਦ ਤੱਕ ਕਿ ਉਹਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਤੇ ਉਹ ਖੁਦ ਸਾਰਾ ਕੁਝ ਦੱਸ ਨਹੀਂ ਦਿੰਦਾ, ਮੇਰੇ ਖਿਆਲ ਤਾਂ ਤੱਕ ਇਹ ਉਲਝਦੀਆਂ ਹੀ ਰਹਿਣਗੀਆਂ। ਭਾਸਕਰ ਸਾਹਿਬ ਦੀ ਇੱਕ ਗੱਲ ਮੈਨੂੰ ਬਹੁਤ ਠੀਕ ਲੱਗੀ ਹੈ ਕਿ ਇੰਨਾ ਵੱਡਾ 6 ਦਿਨਾਂ 'ਚ ਜੋ ਜਾਲ ਪੁਲਿਸ ਨੇ ਦਿਖਾਇਆ ਕਿ ਐਡਾ ਵੱਡਾ ਜਾਲ ਫੈਲਿਆ ਹੋਇਆ ਸੀ, ਤਾਂ ਕੀ ਪੁਲਿਸ ਉਦੋਂ ਤੱਕ ਸੁੱਤੀ ਪਈ ਸੀ ਜਾਂ ਹੁਣ ਉਹ ਕੁਝ ਹੋਰ ਸਾਨੂੰ ਮਤਲਬ ਜਿਹੜੇ ਲੋਕ ਨੇ ਉਹਨਾਂ ਨੂੰ ਡਿਸਟਰੈਕਟ ਕੀਤਾ ਜਾ ਰਿਹਾ ਹੈ? ਇਹ ਵੀ ਬਹੁਤ ਵੱਡੇ ਸਵਾਲ ਹੈਗੇ ਆ ਅਜੇ, ਜਿਨ੍ਹਾਂ ਦੇ ਉੱਤਰ ਹਜੇ ਦੇਣੇ ਬਾਕੀ ਹੈ। ਦੇਖੋ, ਇਹ ਖਬਰ ਕਿਵੇਂ ਪਲਾਂਟ ਹੁੰਦੀ ਆ, ਕਿੱਥੋਂ ਲੱਗਦੀ ਆ, ਕਿਵੇਂ ਆਉਂਦੀ ਆ, ਇਹਦੇ ਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਜੇਕਰ ਪੁਲਿਸ ਇਸ ਗੱਲ ਨੂੰ ਡਿਨਾਈ ਕਰਦੀ ਹੈ ਕਿ ਨਹੀਂ, ਇਸ ਤਰ੍ਹਾਂ ਨਹੀਂ ਸੰਭਵ, ਔਰ ਇਹ ਮੰਨਿਆ ਵੀ ਜਾਂਦਾ ਕਿ ਮਹਿਜ ਚੰਦ ਦਿਨ ਪਹਿਲਾਂ ਉਹਦਾ ਵਿਆਹ ਹੁੰਦਾ ਤੇ ਉਹਦਾ ਘਰ ਵਾਲੀ ਨਾਲ ਇਸ ਤਰ੍ਹਾਂ ਦਾ ਰਫੜ ਕਿਉਂ ਹੋਊਗਾ, ਨੰਬਰ 1। ਇਹ ਦੂਜੀ ਗੱਲ, ਸਕੂਟੀ ਵਾਲੀ ਜਿਹੜੀ ਹੈਗੀ, ਉਹ ਲੜਕੀ ਤੁਸੀਂ ਬਲਜੀਤ ਕੌਰ ਫੜ ਲਈ ਹੈ, ਪੁਲਿਸ ਇਹਦੇ ਉੱਤੇ ਸਥਿਤੀ ਕਿਉਂ ਨਹੀਂ ਸਪਸ਼ਟ ਕਰ ਦਿੰਦੀ ਵੀ ਇਹ ਗੱਲ ਹੈ ਕਿ ਨਹੀਂ ਹੈ? ਚਾਹੀਦਾ ਤਾਂ ਇਹ ਹੈ ਕਿ ਰਿਊਮਰਸ, ਅਖਬਾਰੀ ਖਬਰਾਂ, ਔਰ ਅਖਬਾਰਾਂ ਵੀ ਉਹ ਜਿਨ੍ਹਾਂ ਦਾ ਅੱਧੀ ਸਦੀ ਦਾ ਇਤਿਹਾਸ ਹੈ, ਜਿਹੜੀਆਂ ਅਖਬਾਰਾਂ ਮੰਨੀਆਂ ਹੋਈਆਂ ਕਿ ਉਹ ਤੱਥਾਂ ਤੋਂ ਬਿਨਾਂ ਨਹੀਂ ਕਹਿੰਦੀਆਂ, ਅਸੀਂ ਸਿਰਫ ਉਹਨਾਂ ਦੇ ਹਵਾਲੇ ਦੇ ਰਹੇ ਹਾਂ ਜਿਨ੍ਹਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ, ਅੰਗਰੇਜ਼ੀ ਟ੍ਰਿਬਿਊਨ ਆ, ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ ਹੈ, ਦੈਨਿਕ ਭਾਸਕਰ ਵਰਗੀਆਂ, ਇਹ ਸਾਰੀਆਂ ਅਖਬਾਰਾਂ ਜਿਨ੍ਹਾਂ ਦੇ ਅਸੀਂ ਜ਼ਿਕਰ ਕਰ ਰਹੇ ਹਾਂ। ਔਰ ਇਹ ਦੂਜੀ ਗੱਲ ਵੀ ਬਹੁਤ ਅਹਿਮ ਆ ਕਿ ਜੇਕਰ ਇਸ ਵੇਲੇ ਤੁਸੀਂ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਵਿਦੇਸ਼ ਦੇ ਵਿੱਚ ਕੁਝ ਹੋ ਰਿਹਾ ਤੇ ਉਹਦੀ FIR ਦਿੱਲੀ 'ਚ ਹੋ ਰਹੀ ਆ। ਦੇਖੋ, ਇਸ ਤਰ੍ਹਾਂ ਦੀ FIR ਦੇ ਨਜ਼ਰੀਏ ਤੋਂ ਕਿੰਨੇ ਲੋਕ ਬਲੈਕ ਲਿਸਟ ਹੋ ਸਕਦੇ ਆ, ਕਿੰਨੇ ਲੋਕਾਂ ਨੇ ਜਿਨ੍ਹਾਂ ਨੇ ਪਲਾਨ ਕੀਤਾ ਹੁੰਦਾ ਖੇਤਾਂ ਨੂੰ ਗੇੜਾ ਮਾਰਾਈਏ, ਵਿਆਹ ਸ਼ਾਦੀਆਂ 'ਚ ਜਾਈਏ। ਵਿਦੇਸ਼ੀ ਵਸਤੇ ਸਿੱਖਾਂ ਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਕਿ ਉਹ ਕਰ ਕੀ ਰਹੇ। ਜਦੋਂ ਉਹਨਾਂ 에ਅਰਪੋਰਟ ਤੇ ਜਾਣਾ, ਫਿਰ ਉਹਨਾਂ ਕਹਿਣਾ ਸਾਨੂੰ ਤਾਂ ਟਰੈਵਲ ਨਹੀਂ ਕਰਨ ਦਿੱਤਾ, ਮੋੜਤਾ ਗਿਆ, ਸਾਨੂੰ ਦਿੱਲੀ ਆਇਆਂ ਨੂੰ ਵਾਪਸ ਭੇਜਤਾ ਗਿਆ। ਹੁਣ ਦੇਖਣ ਵਾਲੀ ਗੱਲ ਆ ਕਿ ਤੁਹਾਡੇ ਕੋਲ ਉਪਲਬਧ ਵੀਡੀਓਜ਼ ਤੇ ਫੋਟੋਜ਼ ਦੇ ਆਧਾਰ ਦੇ ਉੱਤੇ ਕਿੰਨੇ ਲੋਕ 2 4 5 ਬੰਦਿਆਂ ਕਰਕੇ ਕਿੰਨੇ ਲੋਕ ਉਲਝਣ 'ਚ ਫਸਣਗੇ। ਇਹ 'ਚੋਂ ਕੱਢਿਆ ਕੀ, ਖੱਟਿਆ ਕੀ, ਕਮਾਇਆ ਕੀ, ਇਹ ਸਵਾਲ, ਕਿਉਂਕਿ ਜਜ਼ਬਾਤ ਵਿੱਚ ਬਹਿ ਕੇ ਲੋਕ ਕਹਿਣਗੇ ਤੁਸੀਂ ਤਾਂ ਬੁੱਝਦੇ ਲੋ, ਤੁਸੀਂ ਤਾਂ ਛੋਟੇ ਬੰਦੇ ਹੋ। ਲੇਕਿਨ ਸਵਾਲ ਇਹ ਆ ਕਿ ਵੱਡੇਪਣ ਦੇ ਵਿੱਚੋਂ ਵੱਡਾਪਣ ਗਿਆ ਕਿੱਥੇ, ਖੱਟਿਆ ਕੀ? ਤੁਹਾਨੂੰ ਬਹੁਤ ਰਣਨੀਤਿਕ ਤੌਰ ਦੇ ਉੱਤੇ ਚੱਲਣਾ ਪਊਗਾ ਕਿ ਤੁਹਾਡੀਆਂ ਲੋੜਾਂ ਕੀ ਨੇ। ਸਾਡੇ ਬੱਚੇ ਜਿਹੜੇ IAS, IPS, UPSC ਦੇ ਵਿੱਚ ਮਾਈਨਸ ਦੇ ਵਿੱਚ ਅਸੀਂ ਆ ਰਹੇ ਹਾਂ, 0% ਦੇ ਵਿੱਚ ਸਾਡੀ ਹੁਣ ਹੈਗੀ ਆ। ਸਾਡੇ ਪੰਜਾਬ ਦੇ ਵਿੱਚ ਜਿਹੜੇ ਅਫਸਰ ਅਵੇਲੇਬਲ ਨੇ ਉਹਨਾਂ 'ਚੋਂ ਤੁਸੀਂ ਦੇਖੋ ਦੂਜੀਆਂ ਸਟੇਟਾਂ ਨਾਲ ਜ਼ਿਆਦਾ ਨੇ, ਉਹਨਾਂ ਦੇ ਸਰੋਕਾਰ ਹੀ ਹੈ ਨਹੀਂ ਸਟੇਟ ਨਾਲ। ਜਿਹੜੇ ਕਰਨ ਵਾਲੇ ਕੰਮ ਸੀ ਹੱਥੀਂ ਪਰੋਸ ਦਿੰਦੇ ਹੋ ਤੁਸੀਂ ਦੂਜਿਆਂ ਨੂੰ, ਫਿਰ ਲੜਦੇ ਹੋ। ਇੰਦਰਪ੍ਰੀਤ ਜੀ, ਤੁਹਾਡੇ ਵੱਲ ਹੀ ਅਗਲੀ ਖਬਰ ਉਹੀ ਹੈਗੀ ਆ ਜਿਹੜੀ ਇਸ ਨੈਰੇਟਿਵ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਵਰਤਾਂਤ ਚੱਲ ਰਿਹਾ ਸੀ, ਜਿਹਨੂੰ ਓਵਰਸ਼ੈਡੋ ਕਰ ਗਿਆ। ਇਹ ਬਹੁਤ ਵੱਡਾ ਹੋ ਗਿਆ, ਹੁਣ ਕੋਈ ਨਵਾਂ ਤਾਂ ਨਹੀਂ ਆਉਣ ਵਾਲਾ ਇਸ ਤੋਂ ਵੀ ਵੱਡਾ ਜਿਹੜਾ ਇਹਨੂੰ ਵੀ ਢੱਕ ਲੇ, ਕਿਉਂਕਿ ਇਹੀ ਇੱਕ ਤਰੀਕਾ ਚੱਲ ਰਿਹਾ ਪਿਛਲੇ ਕਈ ਮਹੀਨਿਆਂ ਤੋਂ, ਸਾਲ, 1.5 ਸਾਲ, 2 ਸਾਲ ਤੋਂ ਇਹੀ ਚੱਲਿਆ ਜਾਂਦਾ ਵੀ ਇੱਕ ਖਬਰ ਨੂੰ ਢੱਕਣ ਲਈ ਉਸ ਤੋਂ ਵੱਡੀ ਖਬਰ ਪੈਦਾ ਕਰੋ। ਕੋਈ ਕਿਸੇ ਹੋਰ ਤੇ ਬਿਪਤਾ ਤਾਂ ਨਹੀਂ ਪੈਣ ਵਾਲੀ। ਮੇਰਾ ਮਤਲਬ ਬਿਪਤਾ ਤੋਂ ਭਾਵ ਹੈ ਕੋਈ ਪੋਲੀਟੀਕਲ ਬੰਦਾ ਤਾਂ ਨਹੀਂ ਟੰਗਿਆ ਜਾਣਾ ਵੱਡਾ ਅਗਲੇ ਦਿਨਾਂ 'ਚ। ਇੰਦਰਪ੍ਰੀਤ ਜੀ, ਲਾਰੈਂਸ ਬਿਸ਼ਨੋਈ ਦੇ ਮਾਮਲੇ 'ਚ ਕੱਲ ਹੁੰਦੀ ਆ ਹਾਈ ਕੋਰਟ ਦੇ ਵਿੱਚ ਸੁਣਵਾਈ, ਤੇ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਧੜੱਲੇ ਨਾਲੇ ਪੱਖ ਰੱਖਦੀ ਆ, ਪੁਲਿਸ ਪੱਖ ਰੱਖਦੀ ਆ ਕਿ ਸਾਡੀ ਜੇਲ੍ਹ 'ਚ ਦੂਜੀ ਇੰਟਰਵਿਊ ਵੀ ਨਹੀਂ ਹੋਈ, ਪਰ ਉਹ ਪਟੀਸ਼ਨ ਡਿਸਪੋਜ਼ ਆਫ ਹੋ ਜਾਂਦੀ ਆ ਇਹ ਕਹਿ ਕੇ, ਜਦੋਂ ਆਪਣੇ ਵਾਲੇ ਪਾਸਿਓਂ ਕਹਿਤਾ ਜਾਂਦਾ ਕਿ ਅਸੀਂ ਇੱਕ ADGP ਦੀ ਅਗਵਾਈ ਦੇ ਵਿੱਚ ਕਮੇਟੀ ਗਠਿਤ ਕਰਤੀ ਜਾਂਚ ਲਈ। ਹੁਣ ਅੱਗੇ ਤੋਰੋ ਗੱਲ। ਰੰਧਾਵਾ ਸਾਹਿਬ, ਕੱਲ ਲਾਰੈਂਸ ਬਿਸ਼ਨੋਈ ਨਾਲ ਸੰਬੰਧਿਤ 2 ਚੀਜ਼ਾਂ ਹੋਈਆਂ ਨੇ। ਇੱਕ ਤਾਂ ਇਹੀ ਜਿਹੜੀ ਜਨਹਿਤ ਯਾਚਿਕਾ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਹਾਈ ਕੋਰਟ ਦੇ ਵਿੱਚ ਦਾਇਰ ਹੋਈ ਸੀ ਤੇ ਕੱਲ ਹੀ ਹਾਈ ਕੋਰਟ ਨੇ ਉਸ ਟਾਈਮ ਇਹਦਾ ਨਿਪਟਾਰਾ ਕਰਤਾ ਜਦੋਂ ਪੰਜਾਬ ਸਰਕਾਰ ਵੱਲੋਂ ਜੇਲ੍ਹ ਡਿਪਾਰਟਮੈਂਟ ਵੱਲੋਂ ਇਹ ਇੱਕ ਸਟੇਟਮੈਂਟ ਆ ਗਈ ਕਿ ਜੀ ਅਸੀਂ ADGP ਜੇਲ੍ਹ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਤੀ ਹੈ, ਉਹ ਇਹ ਸਾਰੇ ਜਿੰਨੀਆਂ ਵੀ ਇੰਟਰਵਿਊਜ਼ ਹੋਈਆਂ ਨੇ, ਲਾਈਵ ਇੰਟਰਵਿਊਜ਼ ਹੋਈਆਂ ਨੇ, ਉਹਦੀ ਪੜਤਾਲ ਕਰੇਗੀ ਕਿ ਆਖਿਰ ਇਹ ਹੋਈਆਂ ਕਿੱਥੇ ਨੇ।
ਕੀ ਇਹ ਰਾਜਸਥਾਨ ਦੇ ਵਿੱਚ ਹੋਈਆਂ ਨੇ ਜਾਂ ਇਹ ਬਠਿੰਡਾ ਵਾਲੀ ਜੇਲ੍ਹ ਦੇ ਵਿੱਚ ਹੋਈਆਂ ਨੇ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਹੋਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੀ ਪੜਤਾਲ ਕਰਕੇ ਇੱਕ ਰਿਪੋਰਟ ਪੰਜਾਬ ਸਰਕਾਰ ਨੂੰ ਸਬਮਿਟ ਕਰ ਦੇਗੀ। ਤਾਂ ਉਸ ਤੇ ਹੀ ਹਾਈ ਕੋਰਟ ਨੇ ਫਿਰ ਇਹ ਮਾਮਲਾ ਜਿਹੜਾ ਹੈਗਾ ਉਹ ਖਤਮ ਕਰਤਾ। ਦੂਸਰਾ ਜਿਹੜਾ ਸੀਗਾ ਉਹ ਸੀ ਕਿ ਇਸ ਦੌਰਾਨ ਇਹ ਇੰਟਰਵਿਊ ਔਰ ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਸੀਗੀਆਂ ਉਹਨੂੰ ਲੈ ਕੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਇੱਕ ਹੋਰ ਪਰਚਾ ਹੋਇਆ ਹੈਗਾ ਜਿਹੜਾ ਦਿੱਲੀ ਦੇ ਵਿੱਚ ਦਰਜ ਕੀਤਾ ਗਿਆ। ਉਹ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਕੱਲ ਇਹਦੇ ਨਾਲ ਸੰਬੰਧਿਤ ਸੀਗੀਆਂ ਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਕੀ ਕੋਈ ਹੋਰ ਵੱਡਾ ਆਣਾ, ਇਹ ਤਾਂ ਹੁਣ ਨਿਬੜ ਗਿਆ। 2 ਦਿਨ ਦੀ ਉਹਦੇ ਬਹੁਤ ਚੱਲੀ, ਬਹਿਸ ਵੀ ਹੋਈ, ਪਰ ਇਹ ਖਤਮ ਹੋ ਗਿਆ। ਹੁਣ ਹਫਤਾ ਅੰਮ੍ਰਿਤਪਾਲ ਵਾਲਾ ਚੱਲ ਰਿਹਾ ਹੈ। ਠੀਕ ਗੱਲ ਹੈ, ਸਾਡਾ ਨਾ ਸਿਸਟਮ ਜਿਹਾ ਹੀ ਏਦਾਂ ਦਾ ਹੋ ਗਿਆ ਹੈ ਕਿ ਅਸੀਂ ਅਸਲੀ ਇਸ਼ੂਜ਼ ਨੂੰ ਧਿਆਨ ਵਟਾਉਣ ਲਈ ਇੱਕ ਵੱਡਾ ਇਸ਼ੂ ਖੜਾ ਕਰ ਦਿੰਦੇ ਹਾਂ। ਦੇਖੋ ਇਹ ਮੈਨੂੰ ਖੁਦ ਇਹੀ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਇੱਕ ਵੱਡੀ ਇਹੋ ਜਿਹੀ ਘਟਨਾ ਹੋਣੀ ਹੀ ਹੈ। ਉਹ ਪੋਲੀਟੀਕਲ ਵੀ ਹੋ ਸਕਦੀ ਹੈ, ਪਰ ਹੋਊਗੀ ਜ਼ਰੂਰ, ਜਿਸ ਤੋਂ ਆ ਜਿਹੜਾ ਬਿਰਤਾਂਤ ਜਾਂ ਜੇ ਸਰਕਾਰ ਨੂੰ ਵੀ ਹੁਣ ਇਹ ਲੱਗਣ ਲੱਗ ਗਿਆ ਵੀ ਸ਼ਾਇਦ ਇਹ ਸਾਡੇ ਗੱਲ ਨਾ ਪੈ ਰਿਹਾ ਹੋਵੇ ਅੰਮ੍ਰਿਤਪਾਲ ਵਾਲਾ ਜਿਹੜਾ ਸਾਰਾ ਹੈਗਾ। ਤੁਸੀਂ ਦੇਖੋ ਜਿਹਨੇ ਸੋਸ਼ਲ ਮੀਡੀਆ ਤੇ ਜੋ ਕੁਝ ਚੱਲ ਰਿਹਾ ਹੈ ਉਸ ਸਰਕਾਰ ਨੂੰ ਹੀ ਕਟਗਰੇ 'ਚ ਖੜਾ ਕੀਤਾ ਹੋਇਆ, ਕਿਉਂਕਿ ਅੱਜ ਪੂਰੇ 7 ਦਿਨ ਹੋ ਗਏ ਆ। 7 ਦਿਨ ਦੇ ਵਿੱਚ ਹਜੇ ਤੱਕ ਅਸੀਂ ਖਾਲੀ ਹੱਥ ਹਾਂ ਤੇ ਐਡੀ ਫੋਰਸ ਲਗਾ ਕੇ ਵੀ ਅਸੀਂ ਖਾਲੀ ਹੱਥਾਂ ਤਾਂ ਅਸੀਂ ਕੀ ਦੱਸਾਂਗੇ ਲੋਕਾਂ ਨੂੰ ਕਿ ਉਹ ਭੱਜ ਕਿਵੇਂ ਗਿਆ। ਇਹ ਮੈਨੂੰ ਲੱਗਦਾ ਕਿ ਠੀਕ ਗੱਲ ਹੈ ਤੁਹਾਡੀ ਕਿ ਕੋਈ ਨਾ ਕੋਈ ਹੋਰ ਇੱਕ ਵੱਡਾ ਕਾਂਡ ਹੋ ਸਕਦਾ। ਰੱਬ ਖੈਰ ਸੁੱਖ ਰੱਖੇ, ਕਿਤੇ ਕਿਸੇ ਸਾਬਕਾ ਮੁੱਖ ਮੰਤਰੀ ਦੀ ਵਾਰੀ ਨਾ ਆ ਜੇ, ਕਿਤੇ ਕੋਈ ਸਾਬਕਾ ਮੁੱਖ ਮੰਤਰੀ ਐਤਕਾ ਭਜਾ ਕੇ ਨਹੀਂ ਚੱਕਣਗੇ, ਘਰੋਂ ਸੁੱਤੇ ਪਿਆ ਵੀ ਚੱਕ ਸਕਦੇ। ਕੋਈ ਸਾਬਕਾ ਡਿਪਟੀ ਸੀਐਮ ਨਾ ਹੱਥ ਆ ਜੇ। ਹੁਣ ਕੋਈ ਆਪਣਾ ਹਿਸਾਬ ਕਿਤਾਬ ਨਾ ਲਾਉਣ ਲੱਗ ਪਿਓ ਵੀ ਮੈਂ ਇਹ ਕੀ ਕਹਿ ਰਿਹਾ। ਪਰ ਐਵੇਂ ਨੇ, ਵਿਅੰਗ ਤਾਂ ਅਸੀਂ ਕਰਦੇ ਨਹੀਂ ਹੁੰਦੇ, ਤੁਹਾਨੂੰ ਪਤਾ, ਵਿਅੰਗ ਨਾਲ ਵੀ ਵਿਅੰਗ ਨਹੀਂ ਕਰਦੇ। ਅਸੀਂ ਕੌਣ ਹੁੰਦੇ ਆ, ਛੋਟੇ ਬੰਦੇ ਆ। ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਵੱਲ ਮੈਂ ਚੱਲਿਆ। ਆਸ਼ੂ, ਭਾਰਤ ਭੂਸ਼ਣ ਆਸ਼ੂ ਦੀ ਬੇਲ ਤੇ ਰਾਹੁਲ ਗਾਂਧੀ ਨੂੰ ਲੈ ਕੇ, ਉਸ ਤੋਂ ਪਹਿਲਾਂ ਇੱਕ ਟਿੱਪਣੀ ਤੁਹਾਡੀ ਲਾਸਟ, ਕਿਉਂਕਿ ਜੁੜਦੇ ਮਾਮਲੇ ਇਕੱਠੇ ਕਰ ਦਈਏ। ਜਿਹੜਾ ਕੱਲ ਪੂਰੇ ਦਿਨ ਚ ਰੌਲਾ ਪਿਆ ਕਿ ਜਿਹੜੇ ਪੱਤਰਕਾਰ ਭਾਈਚਾਰੇ ਨੂੰ ਸੱਦਿਆ ਜਾ ਰਿਹਾ, ਉਹਨਾਂ ਦੇ ਘਰੇ ਪੁਲਿਸ ਜਾ ਰਹੀ ਆ, ਉਹਨਾਂ ਦੇ ਖਾਤੇ ਬਲੌਕ ਕੀਤੇ ਜਾ ਰਹੇ, ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ। ਇਹ ਮਾਮਲਾ, ਕਿਉਂਕਿ ਤੁਸੀਂ ਚੰਡੀਗੜ੍ਹ 'ਚ ਬੈਠੇ ਹੋ ਔਰ ਪੱਤਰਕਾਰਾਂ ਦੀਆਂ ਆਪਣੀਆਂ ਐਸੋਸੀਏਸ਼ਨਸ ਦੇ ਵਿੱਚ ਵੀ ਇਹ ਗੱਲ ਘੁੰਮਦੀ ਰਹੀ ਔਰ ਤੁਸੀਂ ਵੀ ਉਹਨਾਂ ਘੇਰਿਆਂ 'ਚ ਹੀ ਹੋ, ਇਹਨੂੰ ਕਲੀਅਰ ਕਰ ਦਿਓ। ਹਾਲਾਂਕਿ ਮਾਲਵਿੰਦਰ ਸਿੰਘ ਕੰਗ ਮੁੱਖ ਕਰਤਾ ਧਰਤਾ ਉਹਨਾਂ ਦੇ ਬੁਲਾ ਰਹੇ ਨੇ, ਉਹਨਾਂ ਨੇ ਇੱਕ ਸਾਫ਼ ਕਰਤਾ ਸੀ ਕਿ ਪੁਲਿਸ ਦਾ ਇਰਾਦਾ ਪੱਤਰਕਾਰ ਭਾਈਚਾਰੇ ਨੂੰ ਤੰਗ ਕਰਨ ਦਾ ਨਹੀਂ। ਇਹ ਉਹ ਕੇਸ ਨੇ ਜਿਹੜੇ ਕੇਸ ਇਸ ਇਨਵੈਸਟੀਗੇਸ਼ਨ ਦੌਰਾਨ ਫੋਨ ਨੰਬਰਾਂ ਦੇ ਰੂਪ 'ਚ ਸਾਹਮਣੇ ਆਏ ਔਰ ਉਹਨਾਂ ਨੂੰ ਸਿਰਫ ਇਹ ਪੁੱਛਿਆ ਹੀ ਜਾ ਰਿਹਾ ਕਿ ਤੁਹਾਡੀ ਇਸ ਘੇਰੇ 'ਚ ਗੱਲਬਾਤ ਕਿਵੇਂ ਹੋਈ। ਜੀ ਰੰਧਾਵਾ ਸਾਹਿਬ, ਇਹ ਜਿਹੜਾ ਇਸ਼ੂ ਹੈਗਾ ਇਹ ਕੱਲ ਆਇਆ ਸੀ ਸਾਹਮਣੇ ਜਦੋਂ ਇੱਕ ਪੱਤਰਕਾਰ ਦਾ ਫੋਨ ਕਿਸੇ ਯੂਨੀਅਨ ਦੇ ਪ੍ਰੈਜ਼ੀਡੈਂਟ ਨੂੰ ਗਿਆ ਸੀਗਾ ਕਿ ਉਹਨਾਂ ਨੂੰ ਬੁਲਾਇਆ ਗਿਆ। ਫਿਰ ਉਸੇ ਨੇ ਦੱਸਿਆ ਕਿ ਕੱਲਾ ਉਹ ਨਹੀਂ ਹੈ, ਲਗਭਗ 10 ਦੇ ਕਰੀਬ ਪੱਤਰਕਾਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਇਨਵੈਸਟੀਗੇਸ਼ਨ ਲਈ ਬੁਲਾਇਆ ਤੇ ਉਹ ਖੈਰ ਐਸੋਸੀਏਸ਼ਨ ਦੀ ਮਦਦ ਮੰਗ ਰਹੇ ਸੀ ਕਿ ਮੈਨੂੰ ਮੇਰੇ ਨਾਲ ਚਲੋ ਜਾਂ ਮੇਰੇ ਕੁਝ ਹੋਰ ਮੋਤਬਰ ਸੱਜਣ ਮੇਰੇ ਨਾਲ ਹੋਣ, ਕਿਉਂਕਿ ਬੰਦਾ ਇਸ ਟਾਈਮ ਡਰ ਹੀ ਜਾਂਦਾ ਹੈ ਕੁਝ ਵੀ ਹੋਵੇ। ਕਿਉਂਕਿ ਉਹ ਇਹ ਜਿਹੜੇ ਪੱਤਰਕਾਰਾਂ ਦੀ ਗੱਲ ਹੋ ਰਹੀ ਹੈ ਉਹ ਸਾਰੇ ਦੇ ਸਾਰੇ ਇੰਡੀਪੈਂਡੈਂਟ ਪੱਤਰਕਾਰ ਨੇ ਜਿਹੜੇ ਆਪਣੇ YouTube ਚੈਨਲ ਚਲਾਉਂਦੇ ਆ, ਉਹ ਲੋਕ ਨੇ। ਤੇ ਇਸ ਕਰਕੇ ਕਿਉਂਕਿ ਉਹਨਾਂ ਕੋਲੇ ਕੋਈ ਆਪਣੇ ਅਖਬਾਰ ਦੀ ਜਾਂ ਟੀਵੀ ਚੈਨਲ ਦੀ ਤਾਂ ਕੋਈ ਬੈਕ ਹੈ ਨਹੀਂ ਹੈ, ਸੋ ਨੈਚੁਰਲੀ ਉਹਨਾਂ ਨੇ ਆਪਣੀ ਐਸੋਸੀਏਸ਼ਨ ਤੋਂ ਹੀ ਮਦਦ ਮੰਗਣੀ ਸੀ ਤਾਂ ਕੱਲ ਉਹਨਾਂ ਨੂੰ ਬੁਲਾਇਆ ਗਿਆ ਸੀ। ਇਹ ਠੀਕ ਹੈ ਤੁਹਾਡੀ। ਬਾਕੀ ਦੂਜੀ ਗੱਲ ਵੀ ਕਿ ਜਿਹੜਾ ਸਰਕਾਰ ਵੱਲੋਂ ਇਹ ਜਿਹੜਾ ਕਿਹਾ ਗਿਆ ਹੈ ਜਾਂ ਪੁਲਿਸ ਵੱਲੋਂ ਵੀ ਜਿਹੜਾ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਰਹੇ, ਕਿਉਂਕਿ ਜਿਹੜੇ ਨੰਬਰਸ ਦੇ ਉੱਤੇ ਜਿਨ੍ਹਾਂ ਦੀ ਕਾਲਸ ਆਈਆਂ ਹੋਈਆਂ ਨੇ ਅਸੀਂ ਸਿਰਫ ਉਹਦੀ ਟ੍ਰੇਲ ਇੱਕ ਬਣਾ ਰਹੇ ਹਾਂ ਕਿ ਬਈ ਕਿਉਂ ਆਈਆਂ ਹੋਈਆਂ ਨੇ। ਦੇਖੋ ਇਹਨਾਂ ਹੁਣ ਪਿਛਲੇ ਅਗਰ 6 ਦਿਨ ਆਪਾਂ ਕੱਢ ਦਈਏ, ਉਸ ਤੋਂ ਪਹਿਲਾਂ ਤਾਂ ਅੰਮ੍ਰਿਤਪਾਲ ਇੱਕ ਹੌਟ ਕੇਕ ਤਾਂ ਹੈ ਹੀ ਸੀ ਨਾ ਜੀ, ਜਿਹੜਾ ਪੂਰੇ ਅਖਬਾਰਾਂ 'ਚ ਟੀਵੀ ਚੈਨਲਾਂ 'ਚ ਵਿਕ ਰਿਹਾ ਸੀ। ਤੇ ਨੈਚੁਰਲੀ ਹਰ ਅਖਬਾਰ ਦੇ ਰਿਪੋਰਟਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਹਦੀ ਇੰਟਰਵਿਊ ਕਰ ਲਾਂ ਜਾਂ ਮੈਂ ਕੁਝ ਉਹਦੇ ਨਾਲ ਗੱਲਬਾਤ ਕਰ ਲਾਂ, ਕੋਈ ਮੈਨੂੰ ਵੱਡੀ ਖਬਰ ਮਿਲ ਜੇ, ਇਸ ਤਰ੍ਹਾਂ ਦੀ ਚੱਲਦੀਆਂ। ਤੇ ਉਹ ਕਰਦੇ ਹੀ ਆ ਫੋਨ ਤੇ ਇਹ ਸਾਰੇ ਉਸੇ ਤਰ੍ਹਾਂ ਦੇ ਹੀ ਫੋਨ ਕੀਤੇ ਆ ਲੋਕਾਂ ਨੇ। ਮੇਬੀ ਕੁਝ 1-2 ਰਿਪੋਰਟਰ ਹੋਣ ਜਿਹੜੇ ਉਹਨਾਂ ਦੇ ਸਮਰਥਕ ਵੀ ਹੋਣ, ਪਰ ਜ਼ਿਆਦਾਤਰ ਰਿਪੋਰਟਰ ਸਿਰਫ ਆਪਣੀ ਇੰਟਰਵਿਊਜ਼ ਲਈ ਹੀ ਜਾਂ ਹੋਰ ਜਿਹੜੀਆਂ ਖਬਰਾਂ ਆਈਆਂ ਉਹਨਾਂ 'ਚ ਉਹਨਾਂ ਦਾ ਵਰਜ਼ਨ ਲੈਣ ਵਾਸਤੇ ਹੀ ਫੋਨ ਕਰ ਰਹੇ। ਭਾਸਕਰ ਸਾਹਿਬ, ਹੁਣ ਆਈਏ ਆਪਾਂ ਭਾਰਤ ਭੂਸ਼ਣ ਆਸ਼ੂ ਦੀ ਬੇਲ 2 ਮਾਮਲਿਆਂ 'ਚ ਮਿਲੀ ਆ। ਜੇਲ੍ਹ 'ਚੋਂ ਕਦੋਂ ਬਾਹਰ ਆਉਂਦੇ ਆ ਇਹ ਦੇਖਣਾ ਹੋਊਗਾ। ਕਿੰਨੇ ਕੁ ਕੇਸ ਅਜੇ ਪੈਂਡਿੰਗ ਹੈ ਜਿਨ੍ਹਾਂ 'ਚੋਂ
ਜ਼ਮਾਨਤ ਮਿਲਣੀ ਬਾਕੀ ਆ, ਇਹ ਵੀ ਸਵਾਲ ਆ। ਦੂਜਾ, ਭਾਰਤ ਭੂਸ਼ਣ ਤਾਂ ਬਾਹਰ ਆ ਜਾਣਗੇ, ਰਾਹੁਲ ਗਾਂਧੀ ਦੇ ਅੰਦਰ ਜਾਣ ਦੀ ਅਗਲਿਆਂ ਤਿਆਰੀ ਕਰਤੀ ਤੇ ਅੰਦਰ ਗਿਆ ਹੋਇਆਂ ਨੂੰ ਪਾਰਲੀਮੈਂਟ ਚੋਂ ਬਾਹਰ ਕੱਢਤਾ। ਹੁਣ ਜੇਕਰ ਅਗਲੇ ਬੰਨਿਓਂ ਕਿਧਰੇ ਰੋਕ ਨਹੀਂ ਲੱਗਦੀ ਵੱਡੀ ਅਦਾਲਤ ਤੋਂ, ਤੇ ਮੈਨੂੰ ਲੱਗਦਾ ਹੈ ਕਿ ਅਗਲਿਆਂ ਨੇ ਤਾਂ ਰੱਸੇ ਪੈੜੇ ਵੱਟ ਲਿਆ ਵੀ ਹੁਣ ਤੁਹਾਨੂੰ ਲੀਡਰ ਨਹੀਂ ਰਹਿਣ ਦੇਣਾ। ਵੈਸੇ ਸਾਡੀ ਡੈਮੋਕ੍ਰੇਸੀ ਲਈ ਇਹ ਬੜਾ ਘਾਤਕ ਵੀ ਹੈ ਕਿ ਅਸੀਂ ਇਹਨਾਂ ਰਾਹਾਂ ਤੇ ਪਏ ਆ। ਜ਼ਿਆਦਤੀ ਰਾਹੁਲ ਗਾਂਧੀ ਨਾਲ ਹੋਈ ਕਿ ਨਹੀਂ ਹੋਈ, ਇਹ ਮਾਮਲਾ ਇਦਾਂ ਵੀ ਵੇਖਿਆ ਜਾਂਦਾ ਹੈ ਕਿ ਤੁਸੀਂ ਪਹਿਲਾਂ ਬੋਲਣ ਲੱਗਿਆ ਸੋਚ ਕੇ ਕਿਉਂ ਨਹੀਂ ਬੋਲਦੇ, ਔਰ ਜਾਂ ਜੇ ਉਹਨੂੰ 1 ਮਹੀਨੇ ਲਈ ਮੋਹਲਤ ਮਿਲੀ ਸੀ ਕਿ ਤੁਸੀਂ ਅਗਲੀ ਅਦਾਲਤ ਵਿੱਚ ਚਲੇ ਜਾਓ ਔਰ ਨਾਲ ਦੀ ਨਾਲ ਉਹਨਾਂ ਨੂੰ ਰਾਹਤ ਵੀ ਦਿੱਤੀ ਗਈ, ਤਾਂ ਫਿਰ ਪਾਰਲੀਮੈਂਟ ਨੂੰ ਵੀ ਸੋਚ ਲੈਣਾ ਚਾਹੀਦਾ, ਸਪੀਕਰ ਸਾਹਿਬ ਨੂੰ ਵੀ, ਕਿ ਮਹੀਨਾ ਕੁ ਵੇਖ ਹੀ ਲੈਂਦੇ। ਮੇਰੇ ਖਿਆਲ ਮਹੀਨੇ ਤੋਂ ਪਹਿਲਾਂ ਹੀ ਉਹਨਾਂ ਦੀ ਟੀਮ ਨੇ ਚਲੇ ਹੀ ਜਾਣਾ ਸੀ। ਖੈਰ ਮੈਂ ਕੌਣ ਹੁੰਦਾ ਇਹ ਗੱਲਾਂ ਕਰਨ ਵਾਲਾ, ਆਪੇ ਭਾਸਕਰ ਸਾਹਿਬ ਕਰਨ, ਸਾਨੂੰ ਕੀ। ਜਿੱਥੇ ਤੱਕ ਆਸ਼ੂ ਦੀ ਬੇਲ ਦੀ ਗੱਲ ਹੈਗੀ ਹੈ, ਕੱਲ ਜਸਟਿਸ ਅਨੂਪ ਚਟਕਾਰਾ ਉਹਨਾਂ ਨੇ 3 ਵਾਰ ਤੋਂ ਵੱਧ ਆਪਣਾ ਫੈਸਲਾ ਸੁਰੱਖਿਅਤ ਰੱਖਣ ਤੋਂ ਬਾਅਦ, ਯਾਨੀ ਪਹਿਲੀ ਜਿੰਨੀ ਵੀ ਡੇਟਾ ਪਈ ਸੀ ਉਹਦੇ ਵਿੱਚ ਇੱਕੋ ਹੀ ਗੱਲ ਨਿਕਲ ਕੇ ਆਈ ਸੀ ਕਿ ਜੱਜ ਸਾਹਿਬ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ਕੱਲ ਉਹ ਸੁਰੱਖਿਅਤ ਰੱਖਿਆ ਹੋਇਆ ਫੈਸਲਾ ਸੁਣਾਇਆ ਗਿਆ। ਉਹਦੇ ਵਿੱਚ ਆਸ਼ੂ ਨੂੰ ਦੋਨੋਂ ਕੇਸਿਸ ਦੇ ਵਿੱਚ, ਯਾਨੀ ਇੱਕ ਕੇਸ ਉਹਨਾਂ ਦੇ ਖਿਲਾਫ ਦਰਜ ਹੋਇਆ ਸੀਗਾ ਲੁਧਿਆਣਾ ਦੇ ਵਿੱਚ ਤੇ ਦੂਜਾ ਹੋਇਆ ਸੀਗਾ ਜਲੰਧਰ ਦੇ ਵਿੱਚ, ਉਹ ਤੇਲੂ ਰਾਮ ਨੂੰ ਵੀ ਜ਼ਮਾਨਤ ਹੋ ਗਈ ਤੇ ਆਸ਼ੂ ਉਹਨਾਂ ਨੂੰ ਵੀ ਜ਼ਮਾਨਤ ਹੋ ਗਈ। ਪੂਰੀ ਬਹਿਸ ਸੁਣਨ ਤੋਂ ਬਾਅਦ ਉਹ ਜਿਹੜਾ ਢੋਆ ਢਵਾਈ ਦਾ ਕੇਸ ਸੀਗਾ ਕਿ 20 ਲੱਖ ਇਹਨੂੰ ਦਿੱਤੇ 6 ਲੱਖ ਇਹਨੂੰ ਦਿੱਤੇ, ਉਹਨਾਂ ਸਾਰੇ ਮਾਮਲਿਆਂ ਦੇ ਵਿੱਚ, ਖਾਸ ਕਰਕੇ ਸਾਰੇ ਕੀ ਫਿਲਹਾਲ ਤੇ 2 ਹੀ ਮਾਮਲੇ ਸੀ, ਇਸ ਤੋਂ ਇਲਾਵਾ ਕੋਈ ਆਸ਼ੂ ਦੇ ਖਿਲਾਫ ਕੋਈ ਮਾਮਲਾ ਦਰਜ ਹੋਇਆ ਜਾਂ ਅੱਗੇ ਚੱਲ ਕੇ ਹੋਣ ਵਾਲਾ ਹੈ, ਇਹਦਾ ਜ਼ਿਕਰ ਉਸ ਅਦਾਲਤ ਦੇ ਵਿੱਚ ਤੇ ਨਹੀਂ ਆਇਆ। ਪਰ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ, ਕਿਉਂਕਿ ਆਸ਼ੂ ਅਗਸਤ 22 ਨੂੰ ਲੁਧਿਆਣੇ ਦੇ ਉਸ ਸੈਲੂਨ ਤੋਂ ਫੜੇ ਗਏ ਸੀਗੇ ਜਦ ਉਹ ਆਪਣੀ ਦਾੜੀ ਸੈੱਟ ਕਰਾ ਰਹੇ ਸੀਗੇ, ਪਰ 6 ਮਹੀਨੇ ਤੋਂ ਵੱਧ ਟਾਈਮ ਹੋ ਗਿਆ, ਹਜੇ ਤੱਕ ਉਹ ਜੇਲ੍ਹ ਵਿੱਚ ਸੀਗੇ। ਹੋ ਸਕਦਾ ਛੇਤੀ ਛੁੱਟ ਜਾਣ ਜੇ ਪੰਜਾਬ ਪੁਲਿਸ ਕੋਈ ਨਵਾਂ ਕੇਸ ਜਾਂ ਵਿਜੀਲੈਂਸ ਕੋਈ ਨਵਾਂ ਕੇਸ ਉਹਨਾਂ ਦੇ ਖਿਲਾਫ ਨਹੀਂ ਦਰਜ ਕਰਦੀ, ਪਰ ਆਸ਼ੂ ਉਹਨਾਂ ਦੇ ਛੁੱਟਣ ਦੀ ਸੰਭਾਵਨਾ ਸ਼ਾਇਦ 1-2 ਦਿਨਾਂ ਦੇ ਵਿੱਚ ਬਣਦੀ ਨਜ਼ਰ ਆਉਂਦੀ ਹੈ। ਹੁਣ ਗੱਲ ਕਰੀਏ ਰਾਹੁਲ ਗਾਂਧੀ। ਇੱਥੇ ਭਾਸਕਰ ਸਾਹਿਬ ਇੱਕ ਚੀਜ਼ ਨਾਲ ਹੋਰ ਐਡਰੈਸ ਕਰ ਲਓ। ਸੰਭਾਵਨਾ ਤਾਂ ਇਹ ਵੀ ਦਿਖਾਈ ਜਾ ਰਹੀ ਸੀਗੀ ਕਿ ਪਟਿਆਲੇ ਜੇਲ੍ਹ ਦੇ ਵਿੱਚੋਂ ਵੱਡੇ ਬੰਦਿਆਂ ਦੇ ਬਾਹਰ ਆਉਣ ਦਾ ਵਕਤ ਆ ਗਿਆ। ਸ਼ਾਇਦ ਗ੍ਰਹਿ ਚਾਲ ਕੋਈ ਇੰਜ ਦੀ ਹੈ। ਨਵਜੋਤ ਸਿੰਘ ਸਿੱਧੂ ਦੇ ਵੀ 1 ਅਪ੍ਰੈਲ ਦੇ ਆਸ-ਪਾਸ ਬਾਹਰ ਆਉਣ ਦੀ ਕਨਸੋ ਉਹਨਾਂ ਦੀ ਘਰਵਾਲੀ ਨੇ ਚਲਾਈ ਹੋਈ ਹੈ। ਹਾਲਾਂਕਿ ਉਹਨਾਂ ਦੀ ਘਰਵਾਲੀ ਦੀ ਸਿਹਤਯਾਬੀ ਲਈ ਅਸੀਂ ਕਾਮਨਾ ਕਰਦੇ ਹਾਂ, ਕਿਉਂਕਿ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਸਰ ਵਰਗੀ ਬਿਮਾਰੀ ਨਾਲ ਜੂਝਣਾ ਪੈ ਰਿਹਾ। ਪਰ ਨਵਜੋਤ ਸਿੰਘ ਸਿੱਧੂ ਦਾ ਭਾਰਤ ਭੂਸ਼ਣ ਆਸ਼ੂ ਦੇ ਆਸ-ਪਾਸ ਇੱਕ ਦੇ ਬਾਹਰ ਆਉਣ ਦਾ ਰੌਲਾ ਪੈਣਾ ਤੇ ਅੱਗੇ ਜਲੰਧਰ ਵਾਲੀ ਇਲੈਕਸ਼ਨ ਹੋਣ ਦੀ ਸੰਭਾਵਨਾ, ਹਾਲਾਂਕਿ ਇਹਦੀ ਸੰਭਾਵਨਾ ਘਟਦੀ ਜਾ ਰਹੀ ਹੈ ਹੁਣ ਕਿ ਇਹ ਕਰਾਈ ਜਾਊਗੀ ਕਿ ਨਹੀਂ ਕਰਾਈ ਜਾਊਗੀ, ਕਿਉਂਕਿ ਇਹਨੂੰ ਜੇ ਸਤੰਬਰ ਤੱਕ ਅੱਗੇ ਲੈ ਜਾਂਦੇ ਆ, ਹੁਣ ਅਮਨ ਕਾਨੂੰਨ ਦੀ ਸਥਿਤੀ ਜਾਂ ਕੁਝ ਹੋਰ ਕਹਿ ਕੇ ਟਾਲ ਲਈ ਜਾਂਦੀ ਆ, ਕਰਨਾਟਕ ਦੀ ਚੋਣ ਨਾਲ ਨਹੀਂ ਕਰਾਈ ਜਾਂਦੀ, ਤੇ ਫਿਰ ਇਹਦੀ ਸੰਭਾਵਨਾ 24 ਦੇ ਵਿੱਚ ਇੱਕੋ ਵਾਰੀ ਹੋਣ ਦੀ ਵੀ ਬਣ ਸਕਦੀ ਹੈ। ਪਰ ਵੱਡੇ ਲੀਡਰ ਪਟਿਆਲੇ ਦੀ ਜੇਲ੍ਹ ਤੋਂ ਚਹਿਲ ਕਦਮੀ ਕਰਦੇ ਆਉਂਦੇ, ਇਹ ਦੇਖਣਾ ਦਿਲਚਸਪ ਤਾਂ ਰਹੂਗਾ ਹੀ। ਆਸ਼ੂ ਉਹਨਾਂ ਦੀ ਇਸ ਬੇਲ ਤੋਂ ਬਾਅਦ ਉਹਨਾਂ ਦੇ ਬਾਹਰ ਆਉਣ ਦੀ ਸੰਭਾਵਨਾ ਤੇ ਵੱਧ ਗਈ ਹੈ। ਤੁਸੀਂ ਬਿਲਕੁਲ ਠੀਕ ਕਿਹਾ। ਨਵਜੋਤ ਸਿੰਘ ਸਿੱਧੂ ਜੇ ਅਗਰ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਚੱਲੀਏ ਤੇ 1 ਅਪ੍ਰੈਲ ਨੂੰ ਰਿਲੀਜ਼ ਕਰ ਸਕਦੇ ਆ। 12 ਮਹੀਨੇ ਦੀ ਸਜ਼ਾ, 48 ਛੁੱਟੀਆਂ, ਜੇ 48 ਛੁੱਟੀਆਂ ਨੂੰ 18 ਮਈ ਦੇ ਨਾਲ ਜੋੜ ਲਿੱਤਾ ਜਾਏ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋਏਗੀ, ਤੇ 1 ਅਪ੍ਰੈਲ ਨੂੰ ਜੇ ਸਰਕਾਰ ਚਾਹੇ, ਹਾਲਾਂਕਿ ਸਰਕਾਰ ਕਿਉਂ ਚਾਹੇਗੀ ਇਸ ਗੱਲ ਦੇ ਉੱਤੇ ਤੇ ਸਵਾਲ ਕਈ ਵਾਰ ਖੜੇ ਹੁੰਦੇ ਨੇ, ਪਰ ਸਰਕਾਰ ਦੇ ਚਾਹਣ ਦੀ ਵੀ ਇੱਕ ਵਜ੍ਹਾ ਨਵੀਂ ਪੈਦਾ ਹੋ ਗਈ ਹੈ ਜਦ ਨਵਜੋਤ ਕੌਰ ਸਿੱਧੂ ਹੋਣਾ ਨੇ ਇੱਕ ਇਮੋਸ਼ਨਲ ਅਪੀਲ ਕੀਤੀ ਹੈ। ਉਸ ਇਮੋਸ਼ਨਲ ਅਪੀਲ ਦੇ ਵਿੱਚ ਉਹਨਾਂ ਨੇ ਆਪਣੇ ਪਤੀ ਵਾਸਤੇ ਇੱਕ ਮੈਸੇਜ ਵੀ ਭੇਜਿਆ ਹੈ ਕਿ ਸ਼ਾਇਦ ਮੈਂ ਤੁਹਾਡੀ ਵੇਟ ਨਾ ਕਰ ਪਾਵਾਂ। ਇਹ ਆਪਣੇ ਆਪ ਵਿੱਚ ਇੱਕ ਪਤਨੀ ਦੀ ਇੱਕ ਬੜੀ ਇਮੋਸ਼ਨਲ ਅਪੀਲ ਹੈ, ਔਰ ਉਸ ਇਮੋਸ਼ਨਲ ਅਪੀਲ ਦਾ ਕਿੰਨਾ ਕੁ ਅਸਰ ਭਗਵੰਤ ਮਾਨ ਸਰਕਾਰ ਦੇ ਉੱਤੇ ਪੈਂਦਾ ਹੈ, ਕਿਉਂਕਿ ਜੇ ਇਸ ਇਮੋਸ਼ਨਲ ਅਪੀਲ ਦੇ ਵਿੱਚ ਕੋਈ ਰਿਸਪੌਂਸ ਸਰਕਾਰ ਦਾ ਨਹੀਂ ਆਉਂਦਾ ਤੇ ਇਹ ਸਰਕਾਰ ਦੇ ਵਿੱਚ ਭਾਵੁਕਤਾ ਨਹੀਂ ਹੈ, ਇਹ ਗੱਲ ਵੀ ਇੱਕ ਨੈਰੇਟਿਵ ਅੱਗੇ ਤੁਰਦਾ ਹੈ। ਮੈਨੂੰ ਇਹ ਲੱਗਦਾ ਕਿ ਇਹਦੇ ਉੱਤੇ ਸ਼ਾਇਦ ਭਗਵੰਤ ਮਾਨ ਉਹਨਾਂ ਆਉਣ ਦੇ ਦਿਨਾਂ ਦੇ ਵਿੱਚ 1 ਅਪ੍ਰੈਲ ਨੂੰ ਉਹਨਾਂ ਦੀ ਐਲੀਜੀਬਲ ਰਿਹਾਈ ਹੈ। ਇਹ ਵੀ ਨਹੀਂ ਕਿ ਸਰਕਾਰ ਨੂੰ ਕੋਈ ਫੇਵਰ ਕਰਨ ਦੀ ਲੋੜ ਹੈ, ਹਾਲਾਂਕਿ ਐਲੀਜੀਬਲ ਰਿਹਾਈ ਤੇ ਉਹਨਾਂ ਦੀ 26 ਜਨਵਰੀ ਨੂੰ ਵੀ ਨਹੀਂ ਸੀ, 26 ਜਨਵਰੀ ਨੂੰ ਸੀ, ਲੇਕਿਨ ਹੁਣ ਇਸ ਇਮੋਸ਼ਨਲ ਅਪੀਲ ਤੋਂ ਬਾਅਦ ਭਗਵੰਤ ਮਾਨ ਉਹਨਾਂ ਦਾ ਆਪਣੇ ਗੁਰੂ, ਕਿਉਂਕਿ ਭਗਵੰਤ ਮਾਨ ਉਹਨਾਂ ਦੇ ਕਈ ਵਾਰ ਉਹ ਜੱਜ ਵੀ ਹੁੰਦੇ ਸੀਗੇ ਕਈ ਪ੍ਰੋਗਰਾਮਾਂ ਦੇ ਵਿੱਚ, ਉਹਨਾਂ ਦੇ ਬਾਰੇ 'ਚ ਕੀ ਰਵੱਈਆ ਹੁੰਦਾ ਹੈ, ਇਹ ਇੱਕ ਭਗਵੰਤ ਮਾਨ ਉਹਨਾਂ ਦੀ ਇਮੇਜ ਨੂੰ ਵੀ ਸੈੱਟ ਕਰਦਾ ਹੈ ਕਿ ਇਮੋਸ਼ਨਲ ਅਪੀਲ ਦੇ ਉੱਤੇ ਉਹ ਰਿਐਕਟ ਕਿੱਦਾਂ ਕਰਦੇ ਨੇ। ਪਰ ਚਲੋ ਸਰਕਾਰਾਂ ਕਈ ਵਾਰ ਇਮੋਸ਼ਨਲ ਹੁੰਦੀਆਂ ਵੀ ਹੈ ਤੇ ਕਈ ਵਾਰ ਇਮੋਸ਼ਨਲ ਬਿਲਕੁਲ ਵੀ ਨਹੀਂ ਹੁੰਦੀਆਂ। ਇਸ ਮੁੱਦੇ ਤੇ ਕੀ ਕਰਦੀ? ਹਾਂਜੀ ਕੁਝ ਕਹਿ ਰਹੇ। ਇੰਦਰਪ੍ਰੀਤ ਜੀ ਨੂੰ ਨਾਲ ਲੈਣੇ ਇਸੇ ਮਾਮਲੇ 'ਚ। ਇੰਦਰਪ੍ਰੀਤ ਜੀ, ਐਵੇਂ ਖੁਰਾਫਾਤੀ ਆਈਡੀਆ ਆਇਆ ਮੇਰੇ ਬ੍ਰੇਨ 'ਚ ਤੇ ਇਹਦੀ ਤੁਸੀਂ ਚੈੱਕ ਕਰੋ, ਟੈਕਨੀਕੈਲਿਟੀਜ਼ ਦੇਖੋ, ਲੀਗੈਲਿਟੀ
ਕਿ ਕੋਈ ਵਿਅਕਤੀ ਜੇ ਗਵਰਨਰ ਪੰਜਾਬ ਨੂੰ ਇਹ ਪੱਤਰ ਲਿਖ ਦੇ ਕਿ ਇਸ ਵਿਅਕਤੀ ਨੂੰ ਇੰਨੀ ਸਜ਼ਾ ਦੇ ਨਜ਼ਰੀਏ ਤੋਂ ਇੰਨੀ ਕੁ ਰਾਹਤ ਮਿਲ ਸਕਦੀ ਆ, ਜਾਂ ਉਹਨਾਂ ਦੀ ਪਰਿਵਾਰ ਚੋਂ ਹੀ ਕੋਈ ਇਹ ਰਿਕੁਐਸਟ ਲੈਟਰ ਭੇਜ ਦੇ ਸਰਕਾਰ ਦੀ ਬਜਾਏ ਗਵਰਨਰ ਨੂੰ, ਤੇ ਸੰਵਿਧਾਨਕ ਮੁਖੀ ਹੋਣ ਦੀ ਹੈਸੀਅਤ 'ਚ ਗਵਰਨਰ ਸਟੇਟ ਨੂੰ ਲਿਖ ਦੇਣ ਕਿ ਹਾਂ ਇਹਦੇ ਉੱਤੇ ਮੈਨੂੰ ਤੁਰੰਤ ਰਿਪੋਰਟ ਕੀਤਾ ਜਾਵੇ, ਸਰਕਾਰ ਲਈ ਮੁਸ਼ਕਲ ਬਣ ਸਕਦੀ ਆ। ਗਵਰਨਰ ਕਿਉਂਕਿ ਆਖਰੀ ਅਥਾਰਟੀ ਹੁੰਦੇ ਨੇ, ਆਮ ਤੌਰ ਤੇ ਕਿਹਾ ਜਾਂਦਾ ਕਿ ਬਹੁਤ ਕੇਸਾਂ ਦੇ ਵਿੱਚ ਸਿੱਧੇ ਮੁੱਖ ਮੰਤਰੀ ਜਿਹੜੀਆਂ ਸਜ਼ਾ ਮੁਆਫੀ ਦੀਆਂ ਐਪਲੀਕੇਸ਼ਨਸ ਨੇ, ਫਾਈਲਾਂ ਨੇ, ਸਿੱਧੀਆਂ ਗਵਰਨਰ ਨੂੰ ਭੇਜ ਦਿੰਦੇ, ਤੇ ਕਈ ਮਾਮਲਿਆਂ ਦੇ ਵਿੱਚ ਇਹ ਕੈਬਨਿਟ ਅਪਰੂਵ ਕਰਕੇ ਭੇਜਦੀ ਹੈ। ਤੇ ਜੇ ਆਖਰੀ ਅਥਾਰਟੀ ਗਵਰਨਰ ਹੀ ਨੇ ਜਾਣੀ ਉਹਨਾਂ ਕੋਲ ਹੀ ਆ, ਤੇ ਗਵਰਨਰ ਇਹ ਸਰਕਾਰ ਨੂੰ ਲਿਖ ਦਿੰਦੇ ਨੇ। ਜੇ ਮੰਨ ਲਓ ਕੋਈ ਮੌਕਾ ਨਹੀਂ ਕਮਾਉਣਾ ਚਾਹੁੰਦੇ, ਇੱਕ ਕੇਂਦਰ ਦੀ ਸਰਕਾਰ ਨਾਲ ਸਿੱਧੂ ਦੇ ਤਾਲੁਕਾਤ ਵੀ ਇਹਦੇ ਨਾਲ ਬਿਹਤਰ ਹੋ ਜਾਂਦੇ ਆ, ਤੇ ਜੇਕਰ ਇਸ ਤਰ੍ਹਾਂ ਦਾ ਕੋਈ ਸਿਆਸੀ ਪੱਤਾ ਖੇਡਿਆ ਜਾਂਦਾ ਹੈ ਤੇ ਗਵਰਨਰ ਸਾਹਿਬ ਪੰਜਾਬ ਸਰਕਾਰ ਲਈ ਇੱਕ ਸੰਕਟ ਵੀ ਖੜਾ ਕਰ ਸਕਣਗੇ, ਐਸੀ ਸੰਭਾਵਨਾ। ਰੰਧਾਵਾ ਸਾਹਿਬ, ਇਹਦੇ ਚ ਜਿਹੜਾ ਵੀ ਇਹ ਖਾਸ ਤੌਰ ਤੇ ਇਸ ਗਵਰਨਰ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਉਹ ਜੋ ਵੀ ਇਸ ਕਿਸਮ ਦਾ ਫੈਸਲਾ ਲੈਂਦੇ ਆ, ਖਾਸ ਜਿਹੜੇ ਜੇਲ੍ਹਾਂ 'ਚ ਛੂਟ ਦੇਣ ਦਾ ਮਾਮਲਾ ਕੈਦੀਆਂ ਨੂੰ, ਉਹ ਕੈਬਨਿਟ ਦੇ ਥਰੂ ਹੀ ਲੈਣਾ ਚਾਹੁੰਦੇ ਆ। ਮਤਲਬ ਉਹ ਕੋਈ ਡਾਇਰੈਕਟ ਫਾਈਲ ਐਕਸੈਪਟ ਹੀ ਨਹੀਂ ਕਰਦੇ। ਉਹ ਕਹਿ ਰਹੇ ਕਿ ਔਰ ਹਰ ਦੀ ਇੱਕ ਫਾਈਲ ਆਵੇ, ਮਤਲਬ ਐ ਵੀ ਨਹੀਂ ਕਿ ਤੁਸੀਂ ਇਕੱਠੀ ਲਿਸਟ ਬਣਾ ਕੇ ਉਹਨਾਂ ਕੋਲ ਭੇਜੋ, ਇਹ ਵੀ ਨਹੀਂ, ਇੱਕ ਬੰਦੇ ਦੀ ਫਾਈਲ, ਪੂਰਾ ਕੇਸ ਪ੍ਰੋਫਾਈਲ ਸਾਰਾ ਫਿਰ ਉਹਨਾਂ ਕੋਲ ਭੇਜੋ। ਇਸ ਮਾਮਲੇ 'ਚ ਵੀ ਮੈਨੂੰ ਇਹ ਲੱਗ ਰਿਹਾ ਹੈ ਕਿ ਜੇ ਅਗਰ ਕੋਈ, ਜਿਵੇਂ ਉਹਨਾਂ ਦੀ ਕੱਲ ਜਿਹੜੀ ਨਵਜੋਤ ਸਿੱਧੂ ਹੋਰਾਂ ਦੀ ਸਿਸਟਰ ਹੈ, ਉਹਨਾਂ ਨੇ ਜੋ ਇੱਕ ਅਪੀਲ ਚੱਲੀ ਆ ਉਹਦੀ, ਜੇ ਮੈਨੂੰ ਲੱਗਦਾ ਕਿ ਉਹਨਾਂ ਦਾ ਉਹ ਜਾਂ ਉਹਨਾਂ ਦਾ ਕੋਈ ਹੋਰ ਫੈਮਿਲੀ ਮੈਂਬਰ ਇਸ ਤਰ੍ਹਾਂ ਦੀ ਅਪੀਲ ਗਵਰਨਰ ਸਾਹਿਬ ਨੂੰ ਭੇਜਦਾ, ਤਾਂ ਵੀ ਗਵਰਨਰ ਕੋਲੇ ਫਿਰ ਇੱਕੋ ਹੀ ਰਾਈਟ ਹੈ ਕਿ ਉਹ ਲਿਖੇ ਸਰਕਾਰ ਨੂੰ ਕਿ ਇਹਦੇ ਬਾਰੇ ਮੈਨੂੰ ਰਿਪੋਰਟ ਭੇਜੀ ਜਾਏ ਜਾਂ ਇਹ ਕੇਸ ਮੈਨੂੰ ਭੇਜਿਆ ਜਾਏ। ਆਊਗਾ ਤਾਂ ਉਹ ਕੈਬਨਿਟ ਦੇ ਥਰੂ ਹੀ ਆਊਗਾ, ਕਿਉਂਕਿ ਪਰ ਇਸ ਮਾਮਲੇ ਇਹ ਜਰਾ ਕਿਹਦੇ 'ਚ ਥੋੜਾ ਜਿਹਾ ਫਰਕ ਹੈ ਕਿ ਇੱਥੇ ਨਵਜੋਤ ਸਿੱਧੂ ਦੀ ਜਿਹੜੀ ਸਜ਼ਾ ਹੈ ਉਹ ਪੂਰੀ ਹੋ ਰਹੀ ਹੈ, ਮਤਲਬ ਸਾਰੇ 4-5 ਦਿਨ ਰਹਿ ਗਏ ਹੈ, ਉਸ 'ਚ ਹੁਣ ਪੂਰੀ ਹੋ ਜਾਏਗੀ। ਤਾਂ ਇੱਥੇ ਮੈਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦੀ ਲੋੜ ਨਾ ਪਵੇ। 4-5 ਦਿਨ ਬਾਅਦ ਉਹਨਾਂ ਨੇ ਵੈਸੇ ਹੀ ਰਿਲੀਜ਼ ਹੋ ਜਾਣਾ ਹੈ, ਉਹਨਾਂ ਦੀ ਸਜ਼ਾ ਹੀ ਜਦੋਂ ਪੂਰੀ ਹੋ ਜਾਣੀ ਹੈ ਤੇ ਉਹਨਾਂ ਨੇ ਚਿੱਠੀ ਲਿਖ ਦੇਣੀ ਹੈ ਤੇ ਪੂਰੇ ਉਹਨਾਂ ਨੂੰ ਰੱਖ ਨਹੀਂ ਸਕਦੇ ਜ਼ਿਆਦਾ ਇਸ ਤੋਂ ਬਾਅਦ। ਇਹਦਾ ਮਤਲਬ ਛੁੱਟੀਆਂ ਛੱਟੀਆਂ ਪਾ ਕੇ, ਛੁੱਟੀਆਂ ਕੱਟ ਕੇ ਤਾਂ ਇਹਨਾਂ ਦਿਨਾਂ 'ਚ ਹੀ ਬਣਦੀ ਹੈ ਜੀ, ਛੁੱਟੀਆਂ ਕੱਟ ਕੇ ਤਾਂ ਇਸ ਦਿਨ 'ਚ ਬਣੂ। ਉਹ ਛੁੱਟੀਆਂ ਦੇ ਉੱਤੇ ਛੁੱਟੀਆਂ ਤਾਂ ਦੇਣੀਆਂ ਹੀ ਪੈਣਗੀਆਂ ਕਿ ਛੁੱਟੀਆਂ ਦੇ ਉੱਤੇ ਰੌਲਾ ਜਿਹਾ ਹੈਗਾ ਹੈ ਕਿ ਸਰਕਾਰ ਦੀ ਚਾਹਤ, ਯਾਨੀ ਸਰਕਾਰ ਚਾਹੇ ਉਹ ਛੁੱਟੀਆਂ ਦੇਗੀ ਜਾਂ ਫਿਰ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ। ਹਾਲਾਂਕਿ ਜੇਲ੍ਹ ਮੈਨੂਅਲ 'ਚ ਹੈ ਕਿ ਛੁੱਟੀਆਂ ਦੇਣੀਆਂ ਹੀ ਪੈਂਦੀਆਂ ਨੇ, ਉਹਦੇ ਵਿੱਚ ਜੇਲ੍ਹ ਮੈਨੂਅਲ 'ਚ ਹੀ ਹੈ ਕਿ ਉਹ ਦੇਣੀਆਂ ਪੈਂਦੀਆਂ ਨੇ। ਲੀਗਲ ਐਂਗਲ ਉਹਦੇ ਵਿੱਚ ਇਹ ਵੇ ਕਿ ਜੇ ਬਾਮੁਸ਼ੱਕਤ ਕੈਦ ਕਿਸੇ ਕੈਦੀ ਨੂੰ ਮਿਲੀ ਹੋਏ ਤੇ ਉਹਦੇ ਵਿੱਚ ਵੀ ਛੁੱਟੀਆਂ ਦੀ ਐਲੀਜੀਬਿਲਿਟੀ ਹੁੰਦੀ ਹੈ। ਇਹਦੇ ਉੱਤੇ ਕਾਨੂੰਨੀ ਰਾਏ ਲੈਣ ਦੀ ਲੋੜ ਹੈਗੀ ਹੈ। ਪਰ ਚਲੋ ਹੁਣ ਰਾਹੁਲ ਗਾਂਧੀ ਦੀ ਗੱਲ ਕਰੀਏ। ਰਾਹੁਲ ਗਾਂਧੀ ਉਹਨਾਂ ਨੂੰ ਸੂਰਤ ਕੋਰਟ ਨੇ ਦੇਤੀ 2 ਸਾਲ ਦੀ ਸਜ਼ਾ, ਪਰਸੋਂ ਸਜ਼ਾ ਦਿੱਤੀ ਸੀ ਔਰ 27 ਮਿੰਟ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ। ਉਸ ਅਦਾਲਤ ਨੇ ਉਹਨਾਂ ਨੂੰ 30 ਦਿਨ ਵਾਸਤੇ ਉਹਨਾਂ ਦੀ ਸਜ਼ਾ ਨੂੰ ਸਸਪੈਂਡ ਕਰਤਾ। ਰਾਹੁਲ ਗਾਂਧੀ ਉਹਨਾਂ ਨੂੰ ਲੱਗਦਾ ਸੀਗਾ ਕਿ ਵੀ ਹੁਣ 30 ਦਿਨ ਤੇ ਆਪਣੇ ਕੋਲ ਹੈਗੇ ਆ, ਆਪਾਂ ਜਿਹੜੀ ਹਾਇਰ ਕੋਰਟ ਹੈ ਉਹਦੇ ਵਿੱਚ ਅਪੀਲ ਕਰਾਂਗੇ ਤੇ ਸਜ਼ਾ ਵਿੱਚ ਕੋਈ ਥੋੜੀ ਜਿਹੀ ਸਟੇਜ ਹੀ ਮਿਲ ਗਈ ਤੇ ਕੰਮ ਬਣ ਜਾਊਗਾ। ਅਗਲੇ ਦਿਨ ਭਾਜਪਾ ਦੇ ਸਪੀਕਰ ਸਾਹਿਬ ਲੋਕ ਸਭਾ ਦੇ, ਉਹਨਾਂ ਨੇ ਇੱਕ ਡਿਸੀਜਨ ਲਿਆ ਕੱਲ 1:30 ਵਜੇ ਕਿ ਵੀ ਰਾਹੁਲ ਗਾਂਧੀ ਉਹਨਾਂ ਦੀ ਸਦੱਸਤਾ ਯਾਨੀ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਜਾਂਦਾ ਹੈ ਔਰ ਨਾਲ ਦੇ ਨਾਲ 6 ਸਾਲ ਦਾ ਬੈਨ। 6 ਸਾਲ ਦਾ ਬੈਨ ਬੇਸਿਕਲੀ ਇਹ ਬੰਦਾ 8 ਸਾਲ ਦਾ, 2 ਸਾਲ ਦੀ ਸਜ਼ਾ, 2 ਸਾਲ ਦੀ ਸਜ਼ਾ ਤੇ 6 ਸਾਲ ਦਾ ਅੱਗੇ ਬੈਨ, ਯਾਨੀ ਟੋਟਲ 8 ਸਾਲ ਦਾ। ਇਸ ਹਿਸਾਬ ਨਾਲ ਉਹ 2024 ਦੇ ਵੀ ਇਲੈਕਸ਼ਨ ਨਹੀਂ ਲੜ ਸਕਦੇ, 2029 ਦੇ ਵੀ ਨਹੀਂ ਇਲੈਕਸ਼ਨ ਲੜਦੇ। ਪਰ ਅੱਗੇ ਚੱਲ ਕੇ ਅਗਰ ਕੋਈ ਅਦਾਲਤ ਤੋਂ ਉਹਨਾਂ ਨੂੰ ਰਾਹਤ ਮਿਲਦੀ ਹੈ ਤੇ ਫਿਰ ਆਪਣੀ ਸਦੱਸਤਾ ਦੀ ਬਹਾਲਤਾ ਦੇ ਵਿੱਚ ਉਹਨਾਂ ਨੂੰ ਕੀ ਐਫਰਟਸ ਕਰਨੇ ਪੈਣੇ ਆ, ਇਹ ਗੱਲ ਵੱਖਰੀ ਹੈ। ਪਰ ਤੁਸੀਂ ਇਸ ਗੱਲ ਨੂੰ ਬਾਰੀਕੀ ਨਾਲ ਦੇਖੋ ਕਿ ਰਾਹੁਲ ਗਾਂਧੀ ਉਹਨਾਂ ਦੇ ਖਿਲਾਫ, ਲੋਕ ਸਭਾ ਸਪੀਕਰ ਦੇ ਇਸ ਡਿਸੀਜਨ ਦੇ ਖਿਲਾਫ ਤਕਰੀਬਨ ਸਾਰੀ ਵਿਰੋਧੀ ਪਾਰਟੀਆਂ ਦੇ ਵਿੱਚੋਂ ਵੀ ਇੱਕ ਦੂਜੇ ਦੀ ਵਿਰੋਧੀ ਪਾਰਟੀਆਂ, ਯਾਨੀ ਵਿਰੋਧੀ ਤੋਂ ਵੀ ਅੱਗੇ ਵਿਰੋਧੀ, ਉਹ ਵੀ ਇੱਕ ਸਟੇਜ ਤੇ ਆਉਂਦੀਆਂ ਫਿਰ ਰਹੀਆਂ। ਕੱਲ ਕੇਜਰੀਵਾਲ ਉਹਨਾਂ ਨੇ ਵੀ, ਆਮ ਆਦਮੀ ਪਾਰਟੀ ਨੇ ਵੀ ਰਾਹੁਲ ਗਾਂਧੀ ਦੀ ਸਪੋਰਟ ਦੇ ਵਿੱਚ ਸਟੇਟਮੈਂਟ ਦਿੱਤੀ। ਇੱਥੇ ਤੱਕ ਕਿ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਵੀ ਰਾਹੁਲ ਗਾਂਧੀ ਉਹਨਾਂ ਦੇ ਖਿਲਾਫ ਲਿੱਤੇ ਹੋਏ ਐਕਸ਼ਨ ਦੇ ਖਿਲਾਫ ਐਕਸ਼ਨ ਲਿੱਤੀ। ਇਹ ਨਹੀਂ ਕਿ ਰਾਹੁਲ ਗਾਂਧੀ ਵਾਸਤੇ ਕੋਈ ਪਿਆਰ ਜਾਗ ਗਿਆ। ਦੋਨਾਂ ਨੇ ਇਹ ਗੱਲ ਕੀਤੀ ਕਿ ਸਾਡਾ ਆਈਡੀਓਲੋਜੀਕਲੀ ਕਾਂਗਰਸ ਦੇ ਨਾਲ ਬਹੁਤ ਜ਼ਬਰਦਸਤ ਡਿਫਰੈਂਸਸ ਹੈਗੇ ਨੇ, ਪਰ ਇਸ ਮੁੱਦੇ ਦੇ ਉੱਤੇ, ਕਿਉਂਕਿ ਕਈ ਵਾਰ ਆਪ ਦੀ ਵੀ ਚਿੰਤਾ ਹੁੰਦੀ ਹੈ, ਕਿਉਂਕਿ ਏਦਾਂ ਦੇ ਫੈਸਲੇ ਜੇ ਅੱਗੇ ਵਧਦੇ ਰਹੇ ਤੇ ਕੱਲ ਨੂੰ ਗਾਜ ਕਿਸੇ ਦੇ ਉੱਤੇ ਵੀ ਗਿਰ ਸਕਦੀ ਹੈ। ਹੁਣ ਰਾਹੁਲ ਗਾਂਧੀ ਉਹਨਾਂ ਕੋਲ ਕੀ ਆਪਸ਼ਨ ਹੈ? ਹੁਣ ਇਹ ਮੱਲੋ ਮੱਲੀ ਪਾਰਟੀ ਸਪੋਰਟ ਦੇ ਰਹੀ ਹੈ ਔਰ ਨਾਲ ਇਹ ਵੀ ਕਹਿ ਰਹੀ ਹੈ
ਹਾਲਾਂਕਿ ਕਾਂਗਰਸ ਨੂੰ ਬਹੁਤਾ ਲਾਈਕ ਨਹੀਂ ਕਰਦੇ, ਪਰ ਰਾਹੁਲ ਗਾਂਧੀ ਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਆ। ਹੁਣ ਰਾਹੁਲ ਗਾਂਧੀ ਵਿਕਟਿਮ ਕਾਰਡ ਪਲੇ ਕਰ ਸਕਦੇ ਨੇ, ਔਰ ਵਾਕਈ ਇਸ ਮੁੱਦੇ ਦੇ ਉੱਤੇ ਜਿਹੜਾ ਕੇਸ ਪੋਲੀਟੀਸ਼ੀਅਨਸ ਦੇ ਵਾਸਤੇ ਬੜਾ ਆਮ ਜਿਹਾ ਹੁੰਦਾ ਹੈ, ਸਿਆਸੀ ਸਟੇਜਾਂ ਤੋਂ ਇੱਕ ਦੂਜੇ ਦੇ ਖਿਲਾਫ ਅੱਗ ਉਗਲਣਾ, ਇੱਕ ਬੜੀ ਨਾਰਮਲ ਜੀ ਗੱਲ ਹੈਗੀ ਹੈ, ਪਰ ਉਸ ਨਾਰਮਲ ਦੀ ਗੱਲ ਦੇ ਵਾਸਤੇ ਇੱਕ ਐਬਨੋਰਮਲ ਸਜ਼ਾ ਮਿਲ ਜਾਣੀ, ਇਹ ਇੱਕ ਆਪਣੇ ਆਪ ਵਿੱਚ ਵਿਕਟਿਮ ਕਾਰਡ ਵੀ ਹੋ ਸਕਦਾ ਹੈ। ਹੁਣ ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਵੀ ਆਪਣੇ ਆਪ ਨੂੰ ਵਿਕਟਿਮ ਸਾਬਿਤ ਕਰਕੇ ਸੜਕਾਂ ਤੇ ਉਤਰ ਜਾਏ। ਲੋਕ ਸਭ ਕੁਝ ਦੇਖ ਰਹੇ ਨੇ, ਤੇ ਇਸ ਮੁੱਦੇ ਦੇ ਉੱਤੇ ਹੋ ਸਕਦਾ ਹੈ ਭਾਜਪਾ ਨੂੰ ਇਹ ਡਿਸੀਜਨ ਲੈਣਾ ਭਾਰੀ ਵੀ ਪੈ ਸਕਦਾ ਹੈ, ਜੇ ਵਾਕਈ ਲੋਕਾਂ ਦੀ ਪਰਸੈਪਸ਼ਨ ਰਾਹੁਲ ਗਾਂਧੀ ਦੇ ਨਾਲ ਖੜ ਗਈ। ਹੋ ਸਕਦਾ 8 ਸਾਲਾਂ ਦੇ ਵਿੱਚ ਉਸ, ਕਿਉਂਕਿ ਕੁਝ ਅੱਗੇ ਚੱਲ ਕੇ ਅਗਰ ਹਾਇਰ ਕੋਰਟ ਤੋਂ ਕੋਈ ਸਟੇ ਵਗੈਰਾ ਮਿਲ ਜਾਂਦਾ ਹੈ ਤੇ ਉਹਨਾਂ ਦੀ ਸਦੱਸਤਾ ਵੀ ਵਾਪਸ ਮਿਲ ਸਕਦੀ ਹੈ, ਜਾਂ ਫਿਰ ਉਹਨਾਂ ਦਾ ਜਿਹੜਾ 8 ਸਾਲ ਦਾ ਡਿਸਕੁਆਲੀਫਿਕੇਸ਼ਨ ਉਹ ਵੀ ਵਾਪਸ ਹੋ ਸਕਦਾ ਹੈ। ਇਹ ਜਿਹੜਾ ਪੀਰੀਅਡ ਹੈ ਨਾ 1 ਮਹੀਨੇ 1.5 ਮਹੀਨੇ ਦਾ, ਅੱਗੇ ਚੱਲ ਕੇ ਰਾਹਤ ਮਿਲਦੀ ਹੈ ਨਹੀਂ ਮਿਲਦੀ ਹੈ। ਬਲਕਿ ਕੁਝ ਲੋਕ ਤੇ ਇਹ ਵੀ ਕਹਿੰਦੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਜੇਲ੍ਹ ਚਲੇ ਜਾਣਾ ਚਾਹੀਦਾ ਸੀਗਾ, ਔਰ ਜੋ ਰਾਹੁਲ ਗਾਂਧੀ ਉਹਨਾਂ ਪਿਛਲੇ 19 ਸਾਲਾਂ ਦੇ ਬਤੌਰ ਐਮਪੀ ਦੇ ਕੈਰੀਅਰ ਦੇ ਵਿੱਚ ਨਹੀਂ ਕਰ ਪਾਏ, ਇਹ 1 ਮਹੀਨੇ ਦੇ ਵਿੱਚ ਕਰ ਸਕਦੇ ਨੇ। ਤੁਹਾਡੀ ਮੇਰਾ ਨਹੀਂ ਖਿਆਲ ਰਾਹੁਲ ਗਾਂਧੀ ਨੇ ਗੱਲ ਸੁਣਨੀ ਆ, ਕਿਉਂਕਿ ਉਹਨਾਂ ਕੋਲ ਵਕਤ ਕਿੱਥੇ ਹੋਣਾ ਹੈ, ਚਾਪਲੂਸਾਂ ਚ ਘਿਰੇ ਹੁੰਦੇ ਸਾਰੇ ਆਗੂ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਬੀਜੇਪੀ ਦਾ ਤੰਤਰ ਵੀ ਸਾਰੇ ਦੇਸ਼ ਵਿੱਚ ਬਹੁਤ ਵੱਡਾ ਹੈ। ਪੰਜਾਬ ਨੂੰ ਜੇ ਪਾਸੇ ਰੱਖ ਲਓ, ਉਹਨਾਂ ਨੇ ਆਪਣੇ ਸੰਗਠਨਾਤਮਕ ਢਾਂਚੇ ਨੂੰ ਇੰਨਾ ਮਜ਼ਬੂਤ ਕੀਤਾ ਹੋਇਆ, ਔਰ ਕਾਂਗਰਸ ਦਾ ਇੰਨਾ ਪੇਤਲਾ ਪੈ ਚੁੱਕਿਆ, ਇਹ ਬੜਾ ਵੱਡਾ ਮਾਮਲਾ। ਇਹ ਤੋਂ ਪਾਰ ਪਾਉਣਾ ਫਿਰ ਕਾਂਗਰਸ ਦੀ ਆਪਸੀ ਫੁੱਟ ਥੱਲੇ ਦੇ ਲੈਵਲ ਤੱਕ ਇਹ ਖਿੰਡੀ ਹੋਈ ਪਾਰਟੀ ਆ। ਪੰਜਾਬ ਨੂੰ ਅਸੀਂ ਹਮੇਸ਼ਾ ਧਿਆਨ 'ਚ ਰੱਖਦੇ, ਇਹਨੂੰ ਪਾਸੇ ਰੱਖ ਕੇ ਜੇ ਗੱਲ ਕਰੀਏ ਤੇ ਇੱਕ ਵਾਰੀ ਬਹੁਤ ਵੱਡੀ ਲੋੜ ਹੋਊਗੀ ਇਕੱਲੀ ਭਾਵੁਕਤਾ ਨਾਲ ਜਾਂ ਵਿਕਟਮ ਕਾਰਡ ਸ਼ਾਇਦ ਹੀ ਰਾਹੁਲ ਗਾਂਧੀ ਦੇ ਹਿੱਸੇ 'ਚ ਇਸ ਤਰ੍ਹਾਂ ਦੀ ਤਾਕਤ ਆ ਜੇ। ਫਿਲਹਾਲ ਜਿਹੜੇ ਲੋਕ ਵਿਰੋਧੀ ਧਿਰਾਂ ਰਾਹੁਲ ਗਾਂਧੀ ਦੇ ਹੱਕ 'ਚ ਖੜੀਆਂ, ਮੈਨੂੰ ਲੱਗਦਾ ਭਾਸਕਰ ਸਾਹਿਬ ਕਦੇ-ਕਦੇ ਦੂਜਿਆਂ ਦੇ ਦੁੱਖ ਵਿੱਚ ਸਾਡੇ ਦੁੱਖ ਸ਼ਾਮਲ ਹੋ ਜਾਂਦੇ ਆ। ਕਈ ਵਾਰੀ ਦੂਜਿਆਂ ਦਾ ਰੋਣਾ ਸਾਡੀਆਂ ਅੱਖਾਂ 'ਚ ਵੀ ਆ ਜਾਂਦਾ, ਇਹ ਨੀਰ ਇਦਾਂ ਦਾ ਹੁੰਦਾ ਹੈ। ਮੈਂ ਇੰਦਰਪ੍ਰੀਤ ਜੀ ਇਹਦੇ ਤੇ ਤੁਸੀਂ ਕੁਝ ਕਹਿਣਾ ਹੀ ਚਾਹ ਰਹੇ ਹੋ, ਪਰ ਮੈਨੂੰ ਇਹ ਲੱਗ ਰਿਹਾ ਕਿ ਵਿਰੋਧੀ ਦਲ ਜਿਹੜੇ ਇਕੱਠੇ ਹੋ ਰਹੇ ਆ, ਇਹ ਵੱਖ-ਵੱਖ ਥਾਵਾਂ ਤੇ ਇੱਕ ਦੂਜੇ ਨਾਲ ਭਿੜਨਗੇ ਇਲੈਕਸ਼ਨ ਦੇ ਵਿੱਚ। ਹੁਣ ਅਕਾਲੀ ਦਲ ਤੇ ਕਾਂਗਰਸ ਕਦੇ ਇਕੱਠੇ ਹੋ ਹੀ ਨਹੀਂ ਸਕਦੇ, ਇਹਨਾਂ ਨੇ ਰਵਾਇਤੀ ਪਾਰਟੀਆਂ ਨੇ ਇੱਕ ਦੂਜੇ ਦੇ ਭੇਡ 'ਚ ਸਾਹਮਣੇ ਹੋਣਾ ਹੀ ਆ। ਸੋ ਮੈਨੂੰ ਲੱਗਦਾ ਕਿ ਇਹ ਇਕੱਠ ਉਹਨਾਂ ਚਿਰ ਆ ਜਿੰਨਾ ਚਿਰ ਦੁੱਖ ਸਾਂਝੇ, ਜਿੱਦਣ ਇਲੈਕਸ਼ਨ ਲੜਨੀ ਹੋਈ ਉਦੋਂ ਇਕੱਠੇ ਨਹੀਂ ਹੋ ਸਕਦੇ। ਮੈਂ ਇਹਦੇ 'ਚ ਇੱਕ ਥੋੜਾ ਜਿਹਾ ਡਿਫਰ ਕਰ ਰਿਹਾ। ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਕੱਲ ਫੈਸਲਾ ਇਹਨਾਂ ਨੇ ਲਿੱਤਾ ਹੈ ਸਪੀਕਰ ਸਾਹਿਬ ਨੇ, ਇਹ ਕੋਈ ਜਲਦਬਾਜ਼ੀ 'ਚ ਲਿੱਤਾ ਹੋਇਆ ਫੈਸਲਾ ਨਹੀਂ ਹੈ। ਇਹ ਬਹੁਤ ਸੋਚ ਸਮਝ ਕੇ ਫੈਸਲਾ ਲਿੱਤਾ ਹੋਇਆ ਹੈ। ਭਾਜਪਾ ਦਾ ਬਹੁਤ ਵੱਡਾ ਥਿੰਕ ਟੈਂਕ ਕੰਮ ਕਰਦਾ ਇਹਦੇ ਪਿੱਛੇ। ਆਪਾਂ ਇਹਨੂੰ ਏਦਾਂ ਨਾ ਲੱਗੀਏ ਕਿ ਇਹ ਉਹਨਾਂ ਨੂੰ ਵੀ ਪਤਾ ਕਿ ਇਹ ਇਕੱਠੇ ਹੋ ਸਕਦੇ ਆ। ਤੁਸੀਂ ਦੇਖੋ ਰੰਧਾਵਾ ਸਾਹਿਬ, ਇਹਦੇ 'ਚ ਹੋ ਕੀ ਰਿਹਾ? ਹੋ ਇਹ ਰਿਹਾ ਕਿ ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ ਉਹ ਹੁਣ ਸਭ ਇਕੱਠੀਆਂ ਹੋਣ ਲੱਗ ਗਈਆਂ ਨੇ ਤੇ ਕਾਂਗਰਸ ਨੂੰ ਮਾਈਨਸ ਕਰਨ ਲੱਗ ਗਈਆਂ ਨੇ। ਉਹ ਸਾਰੀਆਂ ਹੀ ਤੁਸੀਂ ਦੇਖੋ ਜਿੰਨੀਆਂ ਵੱਡੀਆਂ ਪਾਰਟੀਆਂ ਨੇ ਖੇਤਰੀ, ਉਹ ਮਮਤਾ ਬੈਨਰਜੀ, ਨੀਜੂ ਪਟਨਾਇਕ ਔਰ ਦੀ ਪਾਰਟੀ ਜਿਹੜੀ ਹੈਗੀ ਹੈ, ਉਹਨਾਂ ਦਾ ਬੇਟਾ ਨਵੀਨ ਪਟਨਾਇਕ ਹੈ ਜਿਹੜਾ, ਉਹਨਾਂ ਦੀ ਪਾਰਟੀ, ਇੱਧਰ ਅਖਿਲੇਸ਼ ਯਾਦਵ ਹੋਣੀ, ਜਿਹੜੇ ਕਾਂਗਰਸ ਨਾਲ ਚੱਲ ਰਹੇ ਸੀ ਕਿ ਅਖਿਲੇਸ਼ ਯਾਦਵ ਹੋਣੀ ਹੁਣ ਤੱਕ, ਉਹ ਸਭ ਇਕੱਠੇ ਹੋਈ ਜਾ ਰਹੇ ਹੈ ਔਰ ਮਾਈਨਸ ਕਾਂਗਰਸ ਇਹ ਹੋ ਰਿਹਾ। ਤਾਂ ਉਹਨਾਂ ਨੂੰ, ਬੀਜੇਪੀ ਨੂੰ ਵੀ ਇਹ ਲੱਗ ਰਿਹਾ ਸੀ ਵੀ ਕਿਤੇ ਕਾਂਗਰਸ ਇੰਨੀ ਕੁ ਕਮਜ਼ੋਰ ਵੀ ਨਾ ਹੋ ਜਾਏ ਕਿ ਸਾਰਾ ਉਹਦਾ ਵੋਟ ਬੈਂਕ ਜਿਹੜਾ ਹੈ ਦੂਜੇ ਪਾਸੇ ਹੀ ਸ਼ਿਫਟ ਹੋ ਜਾਏ। ਇਸ ਕਰਕੇ ਕਾਂਗਰਸ ਨੂੰ ਖੜਾ ਰੱਖਣਾ ਵੀ ਉਹਦੀ ਇੱਕ ਮਜਬੂਰੀ ਹੈ। ਅਦਰਵਾਈਜ਼ ਜੇ ਸਾਰਾ ਸ਼ਿਫਟ ਹੋ ਗਿਆ ਤਾਂ ਭਾਜਪਾ ਲਈ ਵੀ ਔਖਾ ਹੋ ਜਾਣਾ ਹੈ। ਮੈਨੂੰ ਇਹ ਲੱਗਦਾ ਕਿ ਇਹ ਸ਼ਾਇਦ ਉਸ ਐਂਗਲ ਤੋਂ ਵੀ ਕੰਮ ਹੋਇਆ ਕਿ ਕਿਉਂਕਿ ਅੱਜ ਹੀ ਸਾਰੇ ਸਟੇਟਾਂ ਦੇ ਵਿੱਚ, ਪੂਰੇ ਕੰਟਰੀ ਦੇ ਸਾਰੀਆਂ ਸਟੇਟਾਂ ਦੇ ਵਿੱਚ MLAs ਜਿਹੜੇ ਹੈਗੇ ਨੇ ਉਹ ਇਕੱਠੇ ਹੋ ਰਹੇ ਨੇ, ਕਾਂਗਰਸ ਦੇ MP ਇਕੱਠੇ ਹੋ ਰਹੇ ਨੇ, ਜ਼ਿਲ੍ਹਾ ਪ੍ਰਧਾਨ ਇਕੱਠੇ ਹੋ ਰਹੇ ਨੇ। ਇੱਕ ਵੱਡੀ ਮੁਹਿੰਮ ਵਿੱਢੀ ਜਾਊਗੀ, ਯਾਨੀ ਕਿ ਇੱਕ ਤਿਆਰੀ ਕੀਤੀ ਜਾਊਗੀ ਵੀ ਜਿਹੜਾ ਸਾਡੀ ਪਾਰਟੀ ਬਿਖਰੀ ਹੋਈ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਇਕੱਠੀ ਹੋਵੇ। ਤੇ ਕਾਂਗਰਸ ਅਗਰ ਇੱਕ ਸਾਈਡ ਤੇ ਇਕੱਠੀ ਹੋ ਗਈ ਔਰ ਜਿਹੜੀਆਂ ਰੀਜਨਲ ਪਾਰਟੀਆਂ ਨੇ ਉਹ ਦੂਜੀ ਸਾਈਡ ਤੇ ਇਕੱਠੀਆਂ ਹੋ ਗਈਆਂ ਤਾਂ ਬੀਜੇਪੀ ਦਾ ਰਾਹ ਫਿਰ ਸੌਖਾ ਹੋ ਜਾਂਦਾ ਹੈ। ਮੈਨੂੰ ਲੱਗਦਾ ਕਿ ਇਹ ਉਸ ਦਿਸ਼ਾ ਵੱਲ ਵੀ ਵਧਾਇਆ ਹੋਇਆ ਇੱਕ ਕਦਮ ਹੋ ਸਕਦਾ। ਨਹੀਂ, ਹੋ ਤਾਂ ਸਕਦਾ ਹੈ, ਪਰ ਹੁਣ ਇਹ ਵੀ ਮਾਮਲਾ ਤਾਂ ਕਾਫੀ ਅਹਿਮ ਆ ਕਿ ਵੱਖ-ਵੱਖ ਸਟੇਟਾਂ ਦੇ ਵਿੱਚ ਖੇਤਰੀ ਪਾਰਟੀਆਂ ਦਾ ਮੁਕਾਬਲਾ ਕਿਹਦੇ ਨਾਲ। ਹੁਣ ਜੇਕਰ ਬੀਜੇਪੀ ਨੇ ਸਪੇਸ ਖਾਧੀ ਆ ਤੇ ਉਹਨੇ ਕਾਂਗਰਸ ਦੀ ਖਾਧੀ, ਖੇਤਰੀ ਪਾਰਟੀਆਂ ਤੇ ਕਾਇਮ ਦਾਇਮ ਨੇ, ਤੇ ਬੀਜੇਪੀ ਜਿਹੜੀ ਆ ਉਹ ਇਹਨਾਂ ਦੋਨਾਂ ਦੇ ਲੜਦੇ ਹੋਣ ਦੇ ਵਿੱਚੋਂ ਹੀ ਨਿਕਲਦੀ ਆ। ਖੇਤਰੀ ਪਾਰਟੀਆਂ ਨੂੰ ਨੁਕਸਾਨ ਕਾਂਗਰਸ ਪਹੁੰਚਾਵੇ, ਉਹਨਾਂ ਨੂੰ ਵਾਰਾ ਖਾਂਦਾ, ਤੇ ਇਹਦੇ ਲਈ ਉਹ ਹਵਾ ਦਿੰਦੇ ਰਹਿਣਗੇ। ਪਰ ਪਤਾ ਨਹੀਂ ਹੁੰਦਾ, ਇਹ ਸਿਆਸਤ ਆ, ਕਿਹੜੀ ਗੋਟੀ ਕਿੱਥੇ ਫਿੱਟ ਕੀਤੀ ਜਾਂਦੀ ਹੈ। ਹਾਂ, ਬੀਜੇਪੀ ਘੱਟੋ ਘੱਟ 250 ਸੀਟ ਤੋਂ ਥੱਲੇ ਨਹੀਂ ਆਉਣਾ ਚਾਹੂਗੀ, ਕਿਉਂਕਿ ਉਹਨੂੰ 50-60 ਦਾ ਇੰਤਜ਼ਾਮ ਕਰਨਾ ਕੋਈ ਔਖਾ ਨਹੀਂ।
ਖੇਤਰੀ ਪਾਰਟੀਆਂ ਚੋਂ ਬਹੁਤ ਸਾਰੀਆਂ ਦੇ ਸੰਬੰਧ ਬੀਜੇਪੀ ਨਾਲ ਅਜੇ ਵੀ ਬਿਹਤਰ ਆ। ਔਰ ਵੱਡੀ ਗੱਲ ਨਹੀਂ ਕਿ ਕਿਸੇ ਦਿਨ ਮਮਤਾ ਬੈਨਰਜੀ ਵੀ ਤੁਸੀਂ ਬੀਜੇਪੀ ਨਾਲ ਬੈਠੀ ਦੇਖੋ। ਸੋ ਇਸ ਕਰਕੇ ਇਹ ਸਾਰੇ ਖੁੱਲੇ ਬਦਲ ਨੇ। ਇਹ ਬਦਲ ਇਸ ਤਰ੍ਹਾਂ ਦੇ ਆ ਕਿ ਸੱਤਾ ਚ ਭਾਈਵਾਲੀ ਚਾਹੀਦੀ ਆ। ਕਈ ਸੌਤੀਆਂ ਸਟੇਟਸ ਕਹਿੰਦੇ ਹੁੰਦੇ ਸਾਡੀ ਸਟੇਟ ਨੂੰ ਦਿੰਨੇ ਕਿਉਂ, ਅਸੀਂ ਤੁਹਾਨੂੰ ਸਮਰਥਨ ਦਿੰਨੇ ਆ। ਸਾਡੇ ਵਾਲੇ ਤੇ ਨਿੱਜੀ ਫਾਇਦਾ ਲੈਣ ਤੁਰ ਪੈਂਦੇ ਆ, ਲੇਕਿਨ ਉਹ ਸਟੇਟਾਂ ਵਾਲੇ ਕਹਿੰਦੇ ਆ ਸਾਨੂੰ ਪੈਕੇਜ ਦਿਓ, ਸਾਨੂੰ ਸਾਡੇ ਪ੍ਰੋਜੈਕਟ ਪਾਸ ਕਰਕੇ ਦਿਓ, ਸਾਨੂੰ ਸਾਡੀ ਸਟੇਟ ਨੂੰ ਕੀ ਦਿਓਗੇ। ਇਹ ਸਾਰੇ ਸਵਾਲ ਨੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।